ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇੱਕ ਲਾਰਜਰ ਕਨਸਪੀਰੇਸੀ, ਇੱਕ ਵੱਡੇ ਛੜਯੰਤਰ ਨੂੰ ਬੇਨਕਾਬ ਕਰਨਾ। ਪੀयूष गोयल साहब ने चीफ मिनिस्टर साहब ਨੂੰ ਇੱਕ चिट्ठी लिखी, मेरे दोस्त ने, मैं जानता उन्होंने, पर ਉਹਦੀ ਜਿਹੜੀ ਸੌੜੀ ਨੀਅਤ ਹੈ, ਉਹਦਾ ਜਿਹੜਾ ਅੰਡਰ ਕਰੰਟ ਹੈ, ਉਹ ਝੂਠ ਦੀ ਬੁਨਿਆਦ ਤੇ ਖੜਾ ਹੈ। ਜੜੋਂ ਪੱਟ ਦੂੰ ਉਹ ਝੂਠ ਨੂੰ। ਵੈਸੇ ਵੀ ਝੂਠ ਦੇ ਪੈਰ ਨਹੀਂ ਹੁੰਦੇ। ਉਸ ਚਿੱਠੀ ਦੇ ਵਿੱਚ ਸਭ ਤੋਂ ਵੱਡਾ ਮਨਸੂਬਾ ਇਹ ਹੈ ਕਿ ਸਾਡਾ ਏਜ 올ਡ ਟਰਾਈਡ ਟੈਸਟਡ ਸਕਸੈਸਫੁਲ APMC ਦਾ ਜਿਹੜਾ ਮੰਡੀ ਸਿਸਟਮ ਹੈ, ਉਹਨੂੰ ਅਸਤ ਵਿਅਸਤ ਕਰਨਾ, ਉਹਨੂੰ ਡਿਸਰਪਟ ਕਰਨਾ ਔਰ ਪੰਜਾਬ ਦੇ ਵਿੱਚ ਇੱਕ ਡਿਵੀਜ਼ਨ ਪੈਦਾ ਕਰਨਾ। ਵੀ ਕਿਸਾਨ ਵੀਰ ਸਭ ਸਮਝਦੇ ਹੋ, ਉਹ ਆੜਤੀਆਂ ਦੇ ਖਿਲਾਫ ਖੜੇ ਹੋ ਜਾਣ, ਆੜਤੀ ਉਹਨਾਂ ਦੇ ਖਿਲਾਫ ਖੜੇ ਹੋ ਜਾਣ ਔਰ ਦੋਨੋਂ ਪੁੱਛ ਕੇ ਪੰਜਾਬ ਸਰਕਾਰ ਨੂੰ ਖੜ ਕੇ ਸਵਾਲ ਕਰਨ ਵੀ ਥੋਤੋਂ ਸਰਕਾਰ ਨਹੀਂ ਚੱਲਦੀ, ਥੋਤੋਂ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ। ਇਹ ਡਿਵੀਜ਼ਨ ਜਿਹੜੇ ਗੋਰੇ ਪੈਦਾ ਕਰਦੇ ਹੁੰਦੇ ਸੀਗੇ, ਇਹ ਡਿਵੀਜ਼ਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮੈਂ 4 ਪੁਆਇੰਟ ਦੱਸੂਗਾ ਔਰ ਇਹਨਾਂ ਦਾ ਝੂਠ ਦਾ ਪਰਦਾਫਾਸ਼ ਹੋ ਜੂ ਪੂਰੀ ਤਰ੍ਹਾਂ। ਮੈਂ ਪਹਿਲਾਂ ਵੀ ਜਦੋਂ ਵੀ ਗੱਲ ਕੀਤੀ ਹੈ ਤਰਕ ਤੇ ਕੀਤੀ ਹੈ ਔਰ ਸਰੇਆਮ ਕਹਿ ਕੇ ਕੀਤੀ ਹੈ ਵੀ ਕਿਤੇ ਵੀ ਕੋਈ ਵੀ ਸੈਂਟਰ ਸਰਕਾਰ ਦਾ ਬੰਦਾ ਆ ਕੇ ਮੇਰੇ ਨਾਲ ਬਹਿ ਲੇ। ਕਿਸੇ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਹੁਣ ਗੋਇਲ ਸਾਹਿਬ ਨੇ ਬੜਾ ਕੈਟੇਗੋਰਿਕਲੀ ਡਾਇਰੈਕਟ ਪੇਮੈਂਟ ਦੀ ਗੱਲ ਕੀਤੀ ਹੈ ਔਰ ਜੇ ਤੁਸੀਂ ਦੇਖੋ ਡਾਇਰੈਕਟ ਪੇਮੈਂਟ ਵੀ ਹਰੇਕ ਬੰਦੇ ਨੂੰ ਤਨਖਾਹ ਉਹਦੇ ਖਾਤੇ 'ਚ ਪੈਂਦੀ ਹੈ। ਇਹ ਤਾਂ ਬੜੀ ਵਧੀਆ ਗੱਲ ਹੈ, ਗੱਲ ਸੁਣਨ 'ਚ ਬੜੀ ਚੰਗੀ ਲੱਗਦੀ ਹੈ, ਪਾਲਿਸੀ ਲਿਖਣ ਦੇ ਵਿੱਚ ਬੜੀ ਚੰਗੀ ਲੱਗਦੀ ਹੈ, ਬੜੀ ਸੁਹਾਉਂਦੀ ਹੈ। ਪਰ ਮੈਂ ਕਹਿੰਦਾ ਛਾਤੀ ਠੋਕ ਕੇ ਕਿ ਸ਼ੁਰਲੀ ਹੈ, ਇਹਦਾ ਮਨਸੂਬਾ ਕੁਝ ਹੋਰ ਹੈ। ਗੋਇਲ ਸਾਹਿਬ ਇਹ ਤਰਕ ਦਿੰਦੇ ਆ ਕਿ ਜੀ ਪੰਜਾਬ ਦਾ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹਨੂੰ ਲੈਂਡ ਰਿਕਾਰਡਾਂ ਦੇ ਬਾਰੇ ਸਾਰਾ ਕੁਝ ਪਤਾ ਹੈ ਔਰ ਸਭ ਕੁਝ ਜਾਣੂ ਹੈ, ਓਨਰਸ਼ਿਪ ਹੋਲਡਿੰਗਸ ਦੇ ਬਾਰੇ। ਪਰ ਮੈਂ ਸੈਂਟਰ ਸਰਕਾਰ ਦਾ ਆਪਦਾ ਹੀ ਤੀਰ ਇਹਨਾਂ ਦੇ ਵੱਲ ਕਰਦਾ, ਮੈਂ ਮੋੜ ਦਿੰਦਾ ਉਹਨੂੰ ਇਹਨਾਂ ਵੱਲ। ਨੈਸ਼ਨਲ ਸੈਂਪਲ ਸਰਵੇ 2012-13 ਦਾ, ਇਹ ਮੇਰਾ ਨਹੀਂ ਹੈ, ਇਹ ਨੈਸ਼ਨਲ ਸੈਂਪਲ ਸਰਵੇ ਹੈ। ਉਹ ਕਹਿੰਦਾ ਵੀ 24% ਖੇਤੀ ਜਿਹੜੀ ਹੁੰਦੀ ਉਹ ਠੇਕੇ ਤੇ ਹੁੰਦੀ ਹੈ। ਮੈਂ ਉਹਦੇ ਚ ਐਡੀਸ਼ਨ ਕਰਨ ਲੱਗਿਆ, 24% ਖੇਤੀ ਠੇਕੇ ਤੇ ਹੁੰਦੀ ਹੈ, ਮੈਂ ਉਹਦੇ ਤੇ ਐਡੀਸ਼ਨ ਕਰਨ ਲੱਗਿਆ। ਉਹ ਖੇਤੀ ਓਰਲ ਕੰਟਰੈਕਟ ਤੇ ਹੁੰਦੀ ਹੈ, ਕਿਸੇ ਰਿਟਨ ਕੰਟਰੈਕਟ ਤੇ ਨਹੀਂ ਹੁੰਦੀ, ਅਨਰਿਟਨ ਹੈ, ਉਹ ਓਰਲ ਹੈ, ਜ਼ਬਾਨੀ ਹੈ। ਆ ਪਿੰਡ ਮਾਨ ਵਾਲੇ ਆ ਬੈਠਾ ਮੇਰਾ ਤਾਏ ਦਾ ਮੁੰਡਾ, ਇਹਨੂੰ ਪੁੱਛੋ 2 ਏਕੜ ਕਿਤੇ ਦਿੱਤੀ ਹੋਈ ਹੈ, 3 ਏਕੜ ਕਿਤੇ ਦਿੱਤੀ ਹੋਈ ਹੈ, ਜ਼ਬਾਨ ਤੇ ਦਿੱਤੀ ਹੈ ਜਾਂ ਲਿਖਤ ਤੇ ਦਿੱਤੀ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਗੋਇਲ ਸਾਹਿਬ ਕਹਿੰਦੇ ਵੀ ਸਾਰੇ ਲੈਂਡ ਰਿਕਾਰਡ ਹੈਗੇ ਨੇ, ਉਹਨਾਂ ਕੋਲ ਲੈਂਡ ਰਿਕਾਰਡ ਜਿਹੜੇ ਨੇ ਓਨਰਸ਼ਿਪ ਦੇ ਹੈਗੇ ਨੇ। ਉਹ ਇਹ ਜਾਣਦੇ ਨੇ ਕਿ ਜੀ ਆ ਫਲਾਨੇ ਬੰਦੇ ਦੀ ਫਲਾਨੀ ਮਾਲਕੀਅਤ ਹੈ, ਪਰ ਉਹਨਾਂ ਦੇ ਕੋਲ ਠੇਕੇ ਵਾਲਾ ਕੋਈ ਰਿਕਾਰਡ ਨਹੀਂ ਹੈ। ਔਰ ਮੈਂ ਤੁਹਾਨੂੰ ਚੈਲੰਜ ਨਾਲ ਕਹਿਣਾ, ਜੋ ਗੋਇਲ ਸਾਹਿਬ ਕਹਿ ਰਹੇ ਆ, ਤੁਸੀਂ ਆ ਵਿਸਾਖੀ ਦੇ ਉੱਤੇ ਇਹਨਾਂ ਦੀ ਚਿੱਠੀ ਇਨ ਬਿਨ ਲਾਗੂ ਕਰ ਦਿਓ, ਇਨ ਬਿਨ ਲਾਗੂ ਕਰ ਦਿਓ, ਤੇ ਮੈਂ ਤੁਹਾਨੂੰ ਕਹਿਣਾ ਕਿ 25 ਤੋਂ 30% ਪੰਜਾਬੀਆਂ ਨੂੰ ਕੋਈ ਪੇਮੈਂਟ ਨਹੀਂ ਮਿਲਣੀ, ਕੋਈ ਪੇਮੈਂਟ। ਉਹ ਖੜਾ ਹੋ ਮੰਡੀ 'ਚ ਕਣਕ ਲੈ ਕੇ, ਪਰ ਉਹਨੂੰ ਪੇਮੈਂਟ ਮਿਲਣ ਦੀ ਕੋਈ ਉਮੀਦ ਨਹੀਂ ਹੋਊ। ਪਰ ਇਹ ਕਿਹੜਾ ਕਿਸਾਨ ਹੈ? ਮੈਂ ਛਾਤੀ ਠੋਕ ਕੇ ਕਹਿੰਦਾ, ਡੰਕੇ ਦੀ ਚੋਟ ਤੇ ਕਹਿੰਦਾ, ਕਿਹੜਾ ਕਿਸਾਨ ਹੈ ਇਹ 2 ਏਕੜ ਵਾਲਾ?
ਜਿਹੜੇ ਲੈਂਡ ਹੋਲਡਿੰਗਸ ਛੋਟੀਆਂ ਹੋ ਗਈਆਂ। ਤੁਸੀਂ ਦੇਖੋ ਸਾਡੀ ਜਵਾਨੀ ਬਾਹਰ ਜਾਈ ਜਾਂਦੀ ਹੈ। ਜੱਟਾਂ ਦੇ ਜਿੰਨੇ ਪੁੱਤ ਹੁੰਦੇ ਉਨੀ ਜ਼ਮੀਨ ਵੰਡੀ ਜਾਂਦੀ ਹੈ, ਉਨਾ ਹੀ ਠੇਕਾ ਵਧੀ ਜਾਂਦਾ। ਇਹ ਸਾਰੇ ਉਹ ਨੇ ਜਿਹੜੇ ਕਤਾਰ ਦੇ ਵਿੱਚ ਅਖੀਰ 'ਚ ਖੜੇ ਨੇ, ਛੋਟੇ ਫਾਰਮਰ ਨੇ। ਇਹ 30% ਵਾਂਝੇ ਰਹਿ ਜਾਣਗੇ, ਮੈਂ ਡੰਕੇ ਦੀ ਚੋਟ ਤੇ ਕਹਿਣਾ। ਦੂਜੀ ਗੱਲ, ਮੇਰਾ ਦੂਜਾ ਪੁਆਇੰਟ, ਪਰ ਛੋਟੀ ਪ੍ਰੈਸ ਕਾਨਫਰੰਸ ਪਰ ਮੈਂ ਤਾਰ ਕਰ ਦੂੰ, ਜ਼ਾਰ ਕਰ ਦੂੰ। ਮੇਰਾ ਦੂਜਾ ਪੁਆਇੰਟ, ਭਾਈ ਇਹ ਛੋਟਾ ਕਿਸਾਨ ਜ਼ਮੀਨ ਠੇਕੇ ਤੇ ਲੈਣ ਤੋਂ ਪਹਿਲਾਂ ਪੈਸੇ ਕਿੱਥੋਂ ਲੈਂਦਾ? ਉਹਦੇ ਕੋਲ ਹੈ ਨਹੀਂ। ਜੇ ਉਹਨੇ 4 ਏਕੜ ਤੇ ਕਲਟੀਵੇਸ਼ਨ ਕਰਨੀ ਹੈ, 2 ਏਕੜ ਤੇ ਕਰਨੀ ਹੈ, 1.5 ਏਕੜ ਤੇ ਕਰਨੀ ਹੈ, 5 ਏਕੜ ਤੇ ਕਰਨੀ ਹੈ, ਉਹ ਆੜ੍ਹਤੀ ਤੋਂ ਪੈਸੇ ਲੈਂਦਾ। ਉਹ ਕਹਿੰਦਾ ਲਿਆ ਯਾਰ 2 ਲੱਖ ਦੇ ਦੇ, ਮੈਨੂੰ ਲੱਖ ਦੇ ਦੇ। ਕਿਉਂ? ਉਹਨੇ ਬੀਜ ਖਰੀਦਣਾ, ਉਹਨੇ ਠੇਕਾ ਦੇਣਾ। ਠੇਕਾ ਨਹੀਂ ਦੇਣਾ, ਉਹਨੇ ਠੇਕਾ ਦੇਣਾ। ਉਹਨੇ ਪੈਸਟੀਸਾਈਡ ਖਰੀਦਣੀ ਹੈ, ਖਰੀਦਣੀ ਕਿ ਨਹੀਂ ਖਰੀਦਣੀ? ਇਹ ਸਾਰਾ ਕੁਝ ਉਹਨੇ ਖਰੀਦਣਾ। ਫਿਰ ਉਹਦੀ ਕਾਸਟ ਆਫ ਪ੍ਰੋਡਕਸ਼ਨ ਹੈ, ਉਹ ਪਹਿਲਾਂ ਹੀ ਆੜ੍ਹਤੀਏ ਤੋਂ ਲੈਂਦਾ। ਆੜ੍ਹਤੀਆ ਉਹ ਕਾਸਟ ਬੀਅਰ ਕਰਦਾ। ਇਹ ਐਨਟਵਾਈਨਡ ਸਿਸਟਮ ਹੈ। ਕੋਈ ਇਹ ਥੋੜਾ ਨਾ ਵੀ ਤੁਸੀਂ ਆਪਣਾ ਤੁਗਲਕੀ ਫਰਮਾਨ ਜਾਰੀ ਕਰੋਗੇ ਤੇ ਸਿਸਟਮ ਜ਼ਾਰ ਕਰ ਦਿਓਗੇ। ਇਹ ਤੇ ਉਦੋਂ ਦਾ ਚੱਲੀ ਆਉਂਦਾ। ਤੁਸੀਂ ਦੇਖ ਲਓ ਕਿੰਨੀ ਦੇਰ ਦਾ ਚੱਲੀ ਆਉਂਦਾ। ਇਹ ਭੁਲੇਖਾ ਹੈ। ਕਈ ਲੋਕ ਕਹਿੰਦੇ ਨੇ ਜੀ ਕਿ ਆੜ੍ਹਤੀਆ ਜਿਹੜਾ ਸਰਵਿਸ ਪ੍ਰੋਵਾਈਡ ਕਰਦਾ ਨਾ, ਉਹ ਮੈਨੂੰ ਲੱਗਦਾ ਕਣਕ ਸੁਕਾਉਣ ਦੀ ਸਰਵਿਸ ਪ੍ਰੋਵਾਈਡ। ਬਿਲਕੁਲ ਨਹੀਂ, ਝੂਠ ਹੈ। ਜਿਹਨੇ ਖੇਤੀ ਕੀਤੀ ਹੈ, ਜਿਹੜਾ ਖੇਤਾਂ 'ਚ ਰੁਲਿਆ, ਮਿੱਟੀ ਨਾਲ ਮਿੱਟੀ ਹੋਇਆ, ਜਿਹਨਾਂ ਭਿੰਡੀਆਂ ਨੂੰ ਮੋਢੇ ਲਾਇਆ, ਨਵਜੋਤ ਸਿੰਘ ਸਿੱਧੂ ਵਰਗੇ ਬੰਦੇ, ਸਮਝ ਨਹੀਂ, ਉਹ ਜਾਣਦੇ ਆ ਵੀ ਇਹ ਸਿਸਟਮ ਕਿਵੇਂ ਚੱਲਦਾ। ਇਹ ਸਿਸਟਮ ਜਿਹੜਾ ਇਕਨੋਮਿਕ ਸਿਸਟਮ ਐਗਰੀਕਲਚਰ ਦਾ ਹੈ, ਦੇਖੋ ਐਗਰੀਕਲਚਰ ਦੀ ਰੀੜ੍ਹ ਦੀ ਹੱਡੀ ਕਿਸਾਨ, ਸਾਡੀ ਪਛਾਣ ਕਿਸਾਨ, ਜਗਦੀ ਜਾਨ ਕਿਸਾਨ। ਲੇਕਿਨ ਇਹ ਜਿਹੜੀ ਐਗਰੀਕਲਚਰ ਇਕਨੋਮੀ ਹੈ, ਇਹਦੀ ਰੀੜ੍ਹ ਦੀ ਹੱਡੀ ਆੜ੍ਹਤੀ ਹੈ। ਕੋਈ ਕਰ ਲੈ ਬਹਿਸ ਮੇਰੇ ਨਾਲ, ਤੁਸੀਂ ਕਰ ਦਿਓ 1 ਮਿੰਟ ਦੇ ਵਿੱਚ। ਦੇਖੋ ਤੁਸੀਂ ਨਾਲ ਦੀ ਨਾਲ ਉਹ ਖੜੇ ਆ। ਤੇ ਜਿਹੜੀ ਫਸਲ ਵੀ ਚੁੱਕਦੀ ਹੈ ਪੰਜਾਬ ਸਰਕਾਰ, ਉਹ ਤੁਹਾਨੂੰ ਲੱਗਦਾ ਕਿ ਉਹ ਆਪ ਹੀ ਚੁੱਕ ਲੈਂਦੇ? FCI ਚੁੱਕਦੀ ਹੈ। ਸਾਰੇ ਆੜ੍ਹਤੀਆਂ ਨੂੰ ਕਿਹਾ ਜਾਂਦਾ, ਗੱਡੀਆਂ ਉਹ ਲਿਆਉਂਦੇ ਆ, ਟੋਚਨ ਉਹ ਪਾਉਂਦੇ ਆ, ਸਮਾਨ ਉਹ ਪਹੁੰਚਾਉਂਦੇ ਆ। ਕੌਣ ਕਹਿੰਦਾ ਭਾਈ ਵੀ ਜਿਹੜਾ ਆੜ੍ਹਤੀ ਹੈ ਉਹ ਇਹਦਾ ਹਿੱਸਾ ਨਹੀਂ ਹੈ? ਹੀ ਇਜ਼ ਨਾਟ ਐਨਟਵਾਈਨਡ ਵਿਦ ਦ ਸਿਸਟਮ। ਹਾਂਜੀ, ਮੈਨੂੰ ਕੋਈ ਸਮਝਾ ਦੇ। ਫਿਰ ਤੁਸੀਂ ਕਹਿੰਦੇ ਹੋ ਈਜ਼ ਆਫ ਡੂਇੰਗ ਬਿਜ਼ਨਸ। ਈਜ਼ ਆਫ ਡੂਇੰਗ ਬਿਜ਼ਨਸ ਤੇ ਇਹੀ ਹੈ ਵੀ ਗੁੱਡ ਫੇਥ ਤੇ ਕੰਮ ਚੱਲ ਰਿਹਾ। ਆੜ੍ਹਤੀ ਨਾਲ ਗੁੱਡ ਫੇਥ ਤੇ ਕੰਮ ਚੱਲ ਰਿਹਾ, ਜ਼ਬਾਨ ਦੇ ਨਾਲ ਕੰਮ ਚੱਲ ਰਿਹਾ। ਤੁਸੀਂ ਤਾਂ ਕਹਿੰਦੇ ਹੋ ਨਾ ਈਜ਼ ਆਫ। ਲਓ ਮੈਂ ਤੁਹਾਨੂੰ ਗਰੰਟੀ ਦਿੰਦਾ, ਤੁਸੀਂ ਕਹੋ ਜੀ ਕਾਗਜ਼ ਪੇਸ਼ ਕਰੋ, ਕਿਸੇ ਨੇ 6 ਮਹੀਨੇ ਦਾ ਕੰਟਰੈਕਟ ਕੀਤਾ, ਕਹਿੰਦੇ ਤੁਸੀਂ ਜਾ ਕੇ ਤਹਿਸੀਲਦਾਰ ਕੋਲ ਖੜਾ ਦਿਓਗੇ, ਤੁਸੀਂ ਜਾ ਕੇ ਪਟਵਾਰੀਆਂ ਦੇ ਕੋਲ ਖੜਾ ਦਿਓਗੇ, ਰਜਿਸਟਰੀ ਜਿੰਨਾ ਕੰਮ ਕਰਾਉਣਾ ਪਊ। ਕਿੰਨੇ ਕਰ ਦੇਣਗੇ ਮੈਨੂੰ ਦਿਖਾ ਦਿਓ। ਕਹਿੰਦੇ ਜੀ ਹਰਿਆਣਾ ਕਰ ਦੂ। ਮੈਂ ਦੇਖੂ 6 ਮਹੀਨਿਆਂ ਬਾਅਦ, ਸਾਲ ਬਾਅਦ ਰੌਲਾ ਕਿਦਾ ਪਤਾ, ਹੈਲੀਕਾਪਟਰ ਨਹੀਂ ਉਤਰਨ ਦਿੰਦੇ। ਪਤੰਦਰਾਂ ਨੇ ਪੰਗਾ ਪਾਇਆ, 30% ਸਾਂਭ ਕੇ ਦਿਖਾਣਗੇ ਜੱਟਾਂ ਨੂੰ। ਇਕੱਠੇ ਨੇ ਹੁਣ ਪੰਜਾਬ ਵਾਲਿਆਂ ਨਾਲ। ਕਰ ਦੂ। ਅਗਰ ਇਹ ਹੋ ਗਿਆ, ਅਗਰ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ, ਮੈਨੂੰ ਚਾਚਾ ਨਾ ਕਹਿੰਦਾ ਕਰਕੇ ਵਿਖਾਓ, 2 ਸਾਲਾਂ 'ਚ ਦੇਖਾਂਗੇ, ਮੈਂ ਦੇਖੂਗਾ ਵੀ ਇਹ ਕਿੰਨਾ ਹੁੰਦਾ। ਇਹ ਸਾਡਾ ਜਿਹੜਾ ਸਿਸਟਮ ਹੈ, ਇਹ ਜਿਹੜੀ ਕਾਗਜ਼ੀ ਕਾਰਵਾਈ ਹੈ, ਇਹਦੇ 'ਚ ਨਹੀਂ ਹੈਗੀ। ਸਾਰੇ ਡਾਇਰੈਕਟ ਪੇਮੈਂਟ ਜਿੰਨੇ ਹੈਗੇ ਨੇ, ਇਲੈਕਟ੍ਰਿਸਿਟੀ ਦਾ ਬਿੱਲ ਹੋਵੇ ਭਾਵੇਂ ਆਵੇ, ਮੈਂ ਹੁਣ ਇਹ ਕਹਿੰਦੇ ਨੇ ਜੀ ਇਹ ਡਾਇਰੈਕਟ ਪੇਮੈਂਟ ਜਿਹੜੀ ਹੈ ਇਹਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ। ਇਹ ਤਾਂ ਸਾਰੇ ਕਹਿਣਗੇ। ਮੈਂ ਤੁਹਾਨੂੰ 3 ਡਾਇਰੈਕਟ ਪੇਮੈਂਟਾਂ ਜਿਹੜੀਆਂ ਸਰਕਾਰ ਕਰ ਰਹੀ ਹੈ ਨਾ, ਮੈਂ ਤੁਹਾਨੂੰ 3 ਦਾ ਐਗਜ਼ਾਮਪਲ ਦਿੰਦਾ। ਸਭ ਤੋਂ ਪਹਿਲਾਂ 7-8 ਮਹੀਨਿਆਂ ਪਹਿਲਾਂ, ਜਦੋਂ ਸਾਰੇ ਸੁੱਤੇ ਪਏ ਸੀ, ਜਦੋਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਵੈਬਸਾਈਟ ਤੇ ਚੜਿਆ ਸੀਗਾ ਗਵਰਨਮੈਂਟ ਆਫ ਇੰਡੀਆ ਦੀ, ਮੈਂ ਉਦੋਂ 7 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਕਿਹਾ ਸੀਗਾ ਇੱਕ ਹੋਰ ਸਾਜ਼ਿਸ਼ ਆ ਰਹੀ ਹੈ। ਉਹ ਅਮਲੀ ਜਾਮਾ ਚਾੜਤਾ। ਹੁਣ ਕਹਿੰਦੇ ਜੀ ਪੁੱਛ ਕੇ ਕਰਾਂਗੇ। ਇਹ ਪੁੱਛਿਆ ਸੀ ਤੁਸੀਂ? ਜਿਹੜੇ 3 ਕਾਲੇ ਕਾਨੂੰਨ ਲਿਆਏ ਸੀਗੇ, ਕਿਸਾਨ ਨੂੰ ਪੁੱਛਿਆ ਤੁਸੀਂ? ਕਿਸਾਨ ਨੂੰ ਭਾਗੀਦਾਰ ਜਿਹਦੇ ਫਾਇਦੇ ਲਈ ਤੁਸੀਂ ਕਰ, ਜਦੋਂ ਉਹਨੂੰ ਨਹੀਂ ਪੁੱਛਦੇ, ਫਿਰ ਇਹਦਾ ਕੀ ਉਹ ਹੈ? ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਡਾਇਰੈਕਟ ਪੇਮੈਂਟ ਪਾਉਂਦਾ ਹੈ ਕਿਸਾਨ ਦੇ ਉਸ 'ਚ, ਲੇਕਿਨ ਸਵਾਲ ਦੋਨਾਂ ਥਾਵਾਂ ਤੇ ਇਹੀ ਹੈ ਕਿ ਉਹ ਪਹੁੰਚੂ।
ਜਦੋਂ ਤੁਸੀਂ ਕਹੋਗੇ ਪੰਜਾਬ ਸਰਕਾਰ ਨੂੰ ਵੀ डायरेक्ट पेमेंट पा दे भी किसान के खाते च सबसिडी, पंजाब सरकार को 12,000 करोड़ रुपया है भी किसान के खाते च पा दूगी फ्री बिजली की, उस वेले खत्म हो जू 10-12,000 करोड़ की सबसिडी, उस वेले खत्म। दूजी चीज बड़े ध्यान नाल सुनियो, ये षड्यंत्र बहुत बड़ा है। दूजी चीज सारी दी सारी स्टोरेज देती अडानी नूं, सारी दी सारी रिटेल देती अंबानी नूं, ठीक है। उदों बाद कहंदे जी असीं तां पीडीएस सिस्टम खत्म करांगे, पीडीएस सिस्टम खत्म करांगे, जिहड़ा गरीब नूं 3 रुपये चौल 1 रुपये खाते च पावांगे, पैसे ਉਹਦੇ ਖਾਤੇ 'ਚ ਪਾਵਾਂਗੇ, बहुत चंगी गल है जी। लोग कहणगे बड़ी वधिया गल है जी खाते 'ਚ पाओगे, पर तुसीं मैनूं ਇਹ दसो, मैं सवाल पुछदा भी जदों हुण गरीब दे पैसे खाते 'ਚ आ गए, वो मार्केट रेट ते खरीदूगा या 3 रुपये किलो खरीदूगा? दिखाओ, दस दो। गेम देखो कि गरीब दे खाते 'ਚ पैसे पाते, ਉਹਦੇ गरीब दे खाते 'ਚ आ गए पैसे, पर वो खरीदूगा जाके अंबानी दी रिटेल तो और मार्केट रेट के उत्ते। तीजी डायरेक्ट पेमेंट आ है, तीजी डायरेक्ट पेमेंट आ है जिहदे तुसीं 30% लोकां नूं वांझा कर दोगे पेमेंट तो, ऐ खड़ा कर दो जिवें सड़क के उत्ते खड़े कीते हुंदे, कोई रिकॉर्ड नहीं लिया सकदा उहनूं पटवारियां दे कोल, उहनूं फलानी थां दे उत्ते जाके खड़ा करना। तीजी चीज जिहदा कि सब तो वड्डा पैराडॉक्स जिहड़ा कि थोड़े जिहड़ा तुसीं कहंदे हो ना वन नेशन वन मार्केट, बखियों देड़ दो वन नेशन वन मार्केट जिहड़ी तुसीं कहंदे हो, इदों बड़ा झूठ है ही कोई नहीं। तुसीं वन नेशन 2 मार्केट्स क्रिएट कर रहे हो। पुछो किदां? वन नेशन 2 मार्केट्स तुसीं क्रिएट कर रहे हो। मैं तुहानूं गारंटी दे के कहना, जड़ा ते जाके सरकारी मंडी दे विच जाके खरीदूगा, उते लैंड रिकॉर्ड भी दवे, उहदे खातियां दे विच पेमेंट पऊ, वो जाके पटवारियां को खड़े, वो जाके तहसीलदारां को खड़े, ते जड़ा प्राइवेट सब्जी मंडी च जाके बेचू, जड़ा प्राइवेट अंबानी ते अडानी नूं जाके कणक दऊ जीरी दऊ, जड़ा जाके आड़तीए नूं प्राइवेट मंडी दे विच जीरी दऊ, उहनूं कोई लोड़ नहीं है, उहनूं कोई लोड़ नहीं है, उहनूं ना कागज दिखाण दी लोड़ है, उहनूं भावें ऑनलाइन पेमेंट कर दिओ, उहनूं भावें जिवें मर्जी कैश च पेमेंट कर दिओ, कि तुहाडे प्यो दा राज है भी एक कानून तुसीं 2 तरीके नाल 2 बंदियां ते लाओगे। ਇਹਦਾ मतलब यू आर प्रमोटिंग प्राइवेट मंडीज, यू आर प्रमोटिंग अंबानीज एंड अडानीज, यू आर प्रमोटिंग दैम। ये क्लीयर है, ये साफ है। नहीं तो तुसीं डील उत्थे क्यों नहीं लाए? जदों कोई बंदा प्राइवेट मंडी च सब्जी बेचण जाता, नहीं तो उन्होंने टैक्स लादा, हालांकि मैं यार जाके प्राइवेट मंडी में तो वो कागज दिंदा, या तो तुसीं उहनूं भी लिख दे, वो कागज दिंदा। जदों कोई बंदा अंबानी अडानी नूं देण जाऊ, वो कागज दिंदा, उहनूं तुसीं ऑनलाइन पेमेंट करदे हो। ये कित्थों दा इंसाफ है महाराज सेंटर सरकार वालिओ भी तुसीं एक कानून 2 बंदियां लई अड्ड-अड्ड लागू कर रहे हो? ये होया कदे अज तक कि जी तेरे लिए कानून अड्ड है, तेरे लिए कानून अड्ड है, तेरे लिए कानून अड्ड है? इहो जिहा किहड़ा कानून है, मैनूं दस दिओ, समझा दिओ। It impinges on the spirit of the Constitution. No discrimination on the basis of caste, color and creed. ਇਹ ਸਾਡੀ ਕਨਸਟੀਟਿਊਸ਼ਨ, ਸਾਡੇ ਫੈਡਰਲ ਸਟਰਕਚਰ ਦੇ ਉੱਤੇ ਬਹੁਤ ਵੱਡੀ ਮਾਰ ਹੈ। ਤੁਸੀਂ ਬਾਂਹ ਮਰੋੜ ਨਹੀਂ ਚਾਹੁੰਦੇ ਹੋ ਸਾਡੀ, ਤੁਸੀਂ ਡਬਲ ਸਟੈਂਡਰਡ ਦਿਖਾਉਂਦੇ ਹੋ, ਤੁਸੀਂ ਡਿਸਪੈਰਿਟੀ। ਕਨਸਟੀਟਿਊਸ਼ਨ ਕਹਿੰਦਾ ਇਕੁਆਲਿਟੀ, कित्थे दी इक्वालिटी है? तुम डिस्पैरिटी कर रहे हो, शरेआम डिस्पैरिटी कर रहे हो। सेम लॉ डिफरेंट फॉर डिफरेंट पीपल। इस करके मैं कोर निंदा करदा और इनू एक षड्यंत्र साडे APMC नू डिसमैंटल करन दा, एक ऐसी सिचुएशन क्रिएट करन दा ਜਿਹੜੀ ਕੱਲ ਨੂੰ ਕਿਓਸ ਟੂ ਕਨਫਿਊਜ਼ਨ ਕ੍ਰੀਏਟ ਕਰ, ਪਾਈ ਲੜਾ ਦੇ। ਪੰਜਾਬ ਦੇ ਵਿੱਚ ਇੱਕ ਐਸੀ परिस्थिति ਪੈਦਾ ਕਰ ਦੇ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਜੇ, ਫਿਰ ਤੁਹਾਨੂੰ ਹੈਂਡਲ ਮਿਲ ਜੇ। ਫਿਰ ਤੁਹਾਡੇ 4 ਲਗਾੜੇ ਉੱਠ ਕੇ ਜਿਹਨਾਂ 2 ਸੀਟਾਂ ਨਹੀਂ ਮਿਲਦੀਆਂ, ਉਹ ਗਵਰਨਰ ਕੋਲ ਜਾਣ
ਤੇ ਕਹਿਣ ਦੇਖੋ ਜੀ ਆ ਦੇਖੋ ਸਥਿਤੀ ਖਰਾਬ ਹੋ ਗਈ। ਜਾਓ ਨਾ ਬਿਹਾਰ ਦੇ ਵਿੱਚ ਕਹੋ ਸਥਿਤੀ ਖਰਾਬ ਹੋ ਗਈ, ਰੈਫਟੇ ਵੱਜਦੇ ਆ, ਧੱਕੇ ਮਾਰ ਮਾਰ ਲਿਜਾਂਦੇ ਆ ਉਹ। ਜਾਓ ਨਾ ਕੋ ਚੀਫ ਉੱਥੇ ਹਰਿਆਣੇ ਦੇ ਵਿੱਚ ਔਰ ਕਹੋ ਕਿ ਚੀਫ ਮਿਨਿਸਟਰ ਦਾ ਹੈਲੀਕਾਪਟਰ ਨਹੀਂ ਉਤਰਨ ਦਿੰਦੇ, ਡਿਪਟੀ ਸੀਐਮ ਨੂੰ ਪੈਰ ਨਹੀਂ ਧਰਨ ਦਿੰਦੇ। ਉੱਥੇ ਸਥਿਤੀ ਠੀਕ ਹੈ, ਆਪਣੀ ਵਾਰੀ ਆਊਂ ਹੈ। ਯੂ ਆਰ ਇਨਸਾਈਟਿੰਗ them, ਤੁਸੀਂ ਇਨਸਟੀਗੇਟ ਕਰ ਰਹੇ ਹੋ ਸਾਡੇ ਕਿਸਾਨ। ਤੁਸੀਂ ਉਹਨੂੰ ਪੀਸਫੁਲ ਪ੍ਰੋਟੈਸਟ ਕਰਨ ਤੋਂ ਬਹੁਤ ਜ਼ਿਆਦਾ ਉਹਦੀ ਬਾਹ ਮਰੋੜ ਰਹੇ ਹੋ। ਆਈ ਕੈਟੇਗੋਰਿਕਲੀ ਡਿਕਲੇਅਰ ਇਟ ਐਜ਼ ਇਕਨੋਮਿਕ ਬਲੈਕਮੇਲ। ਮੈਂ ਕਹਿੰਦਾ ਇਹ ਇਕਨੋਮਿਕ ਬਲੈਕਮੇਲ ਹੈ ਵੀ ਤੁਸੀਂ ਸਾਡੇ ਪਹਿਲਾਂ ਗੱਡੀਆਂ ਰੋਕਤੀਆਂ ਸੀ, ਤੁਸੀਂ ਸਾਡੇ ਤੇ ਪ੍ਰੈਸ਼ਰ ਪਾਉਂਦੇ ਹੋ। ਪੰਜਾਬੀ ਨੇ ਪੰਜਾਬੀ ਪਿਆਰ ਨਾਲ ਜਾਨ ਮੰਗੋ, ਜਾਨ ਵਾਰ ਦੇਣਗੇ। ਵਾਰੀ ਹੈ, ਇਹ ਉਹ ਸਟੇਟ ਹੈ ਜਿਹਨੇ ਦੇਸ਼ ਲਈ ਜਾਨਾਂ ਵਾਰੀਆਂ। ਪਰਮਵੀਰ ਚੱਕਰ ਜਿੱਤੇ 2% ਲੋਕਾਂ ਨੇ ਮੇਰੇ ਖਿਆਲ 67% ਲੋਕਾਂ ਦਾ ਪੇਟ ਭਰਿਆ। ਹਾਂਜੀ, ਹੁਣ ਮੈਂ ਅਗਲੇ ਪੁਆਇੰਟ ਤੇ ਆਉਣਾ। ਇਹ ਹਟ ਕੇ ਹੈ ਚਿੱਠੀ ਤੋਂ ਥੋੜਾ ਜਿਹਾ, ਪਰ ਇਹ ਜੁੜਿਆ ਹੋਇਆ। ਇਹ ਹੈਗਾ ਜਿਹੜੀ ਆਰਬੀਆਈ ਦੀ ਸਾਡੀ ਕੈਸ਼ ਕ੍ਰੈਡਿਟ ਲਿਮਿਟ ਹੈ। ਇਹ ਪੁਆਇੰਟ ਨੰਬਰ 4 ਹੈ, non extension of the cash credit limit ਜਿਹੜੀ ਆਰਬੀਆਈ ਦੀ ਹੈ ਸਾਡੇ ਤੇ 89,200 ਕਰੋੜ ਦਾ ਕਰਜ਼ਾ। ਤੁਸੀਂ ਫਿਰ ਤੁਗਲਕੀ ਫਰਮਾਨ ਜਾਰੀ ਕਰਦੇ ਹੋ ਔਰ 3 ਦਿਨ ਦੇ ਵਿੱਚ ਤੁਸੀਂ ਐਨਪੀ ਡਿਕਲੇਅਰ ਕਰ ਦਿੰਦੇ ਹੋ। ਦਸ਼ਕਾਂ ਤੋਂ ਚੱਲਿਆ ਆ ਰਿਹਾ ਇੱਕ ਸਿਸਟਮ ਜਿਹਦੇ ਚ ਆਰਬੀਆਈ ਸਾਨੂੰ ਫੈਸਿਲਿਟੇਟ ਕਰਦੀ ਸੀ। ਹਾਂਜੀ, ਅਸੀਂ ਵੀ ਖਰੀਦਦੇ ਸੀ, ਉਹ ਵੀ ਖਰੀਦਦੇ ਸੀ, ਐਫਸੀਆਈ ਉਹ ਖਰੀਦੀ। ਤੁਸੀਂ ਇੱਕੋ ਦਮ 3 ਦਿਨ ਪਹਿਲਾਂ ਤੁਸੀਂ ਇਹ ਕਹਿੰਦੇ ਹੋ ਕਿ ਜੀ 21 ਤਰੀਕ ਨੂੰ ਮਾਰਚ ਦੀ ਤੁਸੀਂ ਐਨਪੀ ਹੋ ਗਏ, ਤੁਹਾਡਾ ਜਿਹੜਾ ਅਕਾਊਂਟ ਹੈ ਉਹ ਆਊਟ ਆਫ ਆਰਡਰ ਹੋ ਗਿਆ। ਆਈ ਕੁਐਸਚਨ ਦ ਟਾਈਮਿੰਗ। ਮੈਂ ਸਵਾਲ ਖੜੇ ਕਰਦਾ ਇਸ ਟਾਈਮਿੰਗ ਦੇ ਉੱਤੇ। ਇਹ ਹੁਣੇ ਹੀ ਕਿਉਂ ਸੁਝਿਆ ਤੁਹਾਨੂੰ? ਇਹ ਅੱਜ ਹੀ ਤੁਸੀਂ ਕਿਉਂ ਕਹਿਣਾ ਚਾਹੁੰਦੇ ਹੋ ਵੀ ਸਾਡਾ ਜਿੰਨਾ ਕਰਜ਼ਾ ਤੁਸੀਂ ਆਰਬੀਆਈ ਮਨਾ ਕਰ ਰਿਹਾ? ਹਰ ਸੰਸਥਾ ਨੂੰ ਤੁਸੀਂ ਕਠਪੁਤਲੀ ਬਣਾ ਲਿਆ ਆਪਦੇ ਇਸ਼ਾਰਿਆਂ ਦੇ ਉੱਤੇ। ਆਪਦੇ ਸੈਲਫਿਸ਼ ਵੈਸਟਡ ਇੰਟਰਸਟ ਨੂੰ ਤੁਸੀਂ ਸਟੇਟਾਂ ਦੀ ਬਾਹ ਮਰੋੜਨ ਦੇ ਲਈ ਯੂਜ਼ ਕਰਦੇ ਹੋ, ਤੁਸੀਂ ਸਟੇਟਾਂ ਦੇ ਖਿਲਾਫ ਯੂਜ਼ ਕਰਦੇ ਹੋ। ਫਿਰ ਅਲਫਾਜ਼ ਕਿੰਨਾ ਖੂਬਸੂਰਤ ਯੂਜ਼ ਕਰਦੇ ਹੋ ਜਿਹੜਾ ਕਿ ਡਾਇਰੈਕਟਲੀ ਕੰਟਰਾਡਿਕਟਰੀ ਹੈ। ਤੁਸੀਂ ਸਾਡੇ ਕਿਸਾਨ ਨੂੰ ਸਜ਼ਾ ਦੇਣ ਦੇ ਲਈ ਕਰ ਰਹੇ ਹੋ ਵੀ ਉਹ ਤੁਹਾਡੇ ਖਿਲਾਫ ਖੜਾ ਹੈ। ਇਸ ਦੇਸ਼ ਦੇ ਵਿੱਚ ਪੀਸਫੁਲ ਪ੍ਰੋਟੈਸਟ ਜਿਹੜਾ ਹੈ ਉਹ ਜੁਰਮ ਹੋ ਗਿਆ ਹੁਣ। ਸੱਤਿਆਗ੍ਰਹਿ ਜਿਹੜਾ ਹੈ ਜਿਹਦੀ ਸਫਲਤਾ ਨੂੰ ਤੁਸੀਂ ਰੋਕ ਨਹੀਂ ਸਕਦੇ, ਉਹਦੀ ਬਦਨਾਮੀ ਤੁਸੀਂ ਸ਼ੁਰੂ ਕਰਤੀ। ਔਰ ਤੁਸੀਂ ਸ਼ਬਦ ਕੀ ਯੂਜ਼ ਕਰ ਰਹੇ ਹੋ? ਕੋਆਪਰੇਟਿਵ ਫੈਡਰਲਿਜ਼ਮ। ਵਾਹ, ਦੇਖੋ ਕਿੱਡੀ ਸੋਹਣੀ ਅੰਗਰੇਜ਼ੀ ਸਿੱਖੀ। ਅਸੀਂ ਵੀ ਅੰਗਰੇਜ਼ੀ ਸਕੂਲਾਂ ਦੇ ਪੜ੍ਹਿਆ ਮਿੱਤਰਾ। ਕਾਟ ਦਿਆਂਗੇ ਇਹਨੂੰ, ਵਾਰ ਕਰਾਂਗੇ, ਤੁਹਾਡੇ ਬੰਬ ਦੇਉਂ ਕੱਢ, ਜਵਾਬ ਨਹੀਂ ਆਣੇ ਤੁਹਾਨੂੰ। ਕੋਆਪਰੇਟਿਵ ਫੈਡਰਲਿਜ਼ਮ, ਇਹ ਤਾਂ ਤੁਹਾਡੇ ਨਾਲ ਬੜੀ ਕੋਆਪਰੇਸ਼ਨ ਕਰ ਰਹੀ, ਤੁਹਾਡਾ ਅਕਾਊਂਟ ਬੰਦ ਕਰ ਰਹੇ ਆ, ਤੁਹਾਨੂੰ ਐਨਪੀਏ ਡਿਕਲੇਅਰ ਕਰ ਰਹੇ ਆ, ਤੁਹਾਡਾ ਅਕਾਊਂਟ ਆਊਟ ਆਫ ਆਰਡਰ ਕਰ ਰਹੇ ਆ, ਫਿਰ ਕਹਿ ਰਹੇ ਆ ਵੀ ਤੁਹਾਨੂੰ ਤੁਹਾਡੇ ਤੇ ਆਸਾਨ ਕਰ ਰਹੇ ਆ। ਮੈਂ ਪੁੱਛਦਾ ਗੋਇਲ ਸਾਹਿਬ, ਆ ਵੇਖ ਛਾਤੀ ਚੌੜੀ ਕਰਕੇ ਡੰਕੇ ਦੀ ਚੋਟ ਤੇ ਪੁੱਛਦਾ, ਯੂ ਆਰ ਦੀ ਫੇਸ। ਤੁਸੀਂ ਹਰ ਥਾਂ ਤੇ ਬੈਠਦੇ ਹੋ, ਜਿੱਥੇ ਐਗਰੀਕਲਚਰ ਮਿਨਿਸਟਰ ਵੀ ਬੈਠਦਾ ਉੱਥੇ ਵੀ ਤੁਸੀਂ ਨਾਲ ਬੈਠਦੇ। ਮੈਂ ਜਾਣਦਾ ਤੁਸੀਂ ਚਾਰਟਰਡ ਅਕਾਊਂਟੈਂਟ ਹੋ, ਮੇਰੇ ਵਧੀਆ ਦੋਸਤ ਹੋ, ਮੈਨੂੰ ਪਿਆਰ ਹੈ ਤੁਹਾਡੇ ਨਾਲ। ਪਰ ਇੱਥੇ ਸਵਾਲ ਪੰਜਾਬ ਦਾ ਮੈਂ ਪੁੱਛਦਾ ਕਰਦਾ ਕਿ ਇਹ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਹੈ ਤਾਂ ਠੀਕ ਹੈ, ਤੁਹਾਨੂੰ ਕਿਸਾਨ, ਮਜ਼ਦੂਰ ਔਰ ਜਿੰਨੇ ਵੀ ਸਾਡੇ ਛੋਟੇ ਕਿਸਾਨ ਨੇ ਉਹਨਾਂ ਦੀ ਉਦੋਂ ਯਾਦ ਨਹੀਂ ਆਈ, ਉਹਨਾਂ ਦੀ ਉਦੋਂ ਯਾਦ ਨਹੀਂ ਆਈ ਜਦੋਂ ਤੁਸੀਂ ਅੰਬਾਨੀ ਨੂੰ ਪੈਸੇ ਛੱਡਦੇ ਹੋ, ਜਦੋਂ ਤੁਸੀਂ ਐਨਪੀਏ ਵੱਡੇ ਵੱਡੇ ਕਾਰਪੋਰੇਟਸ ਦੇ ਤੁਸੀਂ ਛੱਡਦੇ ਹੋ, ਜਦੋਂ
अंबानी और अडानी ने कर्जा मोड़ना हुंदा ते तुसीं कहंदे हो 5 साल नहीं। अंबानी साहब बड़े बड़े कारपोरेटां नूं कहंदे 5 साल नहीं महाराज 25 साल च मोड़ो। वाह देखो वितकरे देखो, कदे एक किसी किसान नूं, किसी एक छोटे व्यापारी नूं, किसी एक बंदे नूं ये कहा कदे भी 5 साल च ना मोड़ी, तू 7 च मोड़ दी, तू 10 च मोड़ दी। मैं कहना 10 ही कर दो। तुसीं उन्हां लई स्कीम लिआने हो 5x25 नहीं मुड़ते, कोई गल नहीं 25 च मोड़ी। सुप्रीम कोर्ट कहना अंबानी दियां 3 कंपनियां दी कुड़की करो। हाँ जी, उन्हां 3 कंपनियां दा जवाबदेही बनाओ, इनू एनपीए डिक्लेयर करो। तुसीं चौथी खड़ी कर दिंदे हो, तुसीं चौथी खड़ी करके उहदे विच पैसे पवा के डीआरडीओ मार दिंदे हो, हाल नूं मार दिंदे हो, पर तुसीं उहनूं प्रफुल्लित रखदे हो। ਇਹ ਤੁਹਾਡਾ एनपीए ਦਾ रूल है। एनपीए ਦਾ रूल ਤੁਹਾਨੂੰ ਇੱਕ ਸਟੇਟ ਤੇ ਦਿਖਦਾ, ਜਿਹਨੇ ਕੋਈ ਆਪਣੇ ਸਵਾਰਥ ਲਈ ਨਹੀਂ। ਜੇ ਕਣਕ ਖਰੀਦੀ, ਮੈਂ ਮੰਨ ਸਕਦਾ ਕਿ ਕਿਸੇ ਅਫਸਰ ਦੀ ਗਲਤੀ ਹੋਵੇ, ਮੈਂ ਮੰਨ ਸਕਦਾ ਕਿ ਕਿਸੇ ਸਰਕਾਰ ਦੀ ਵੀ ਗਲਤੀ ਹੋਵੇ, ਕਰਜ਼ਾ ਨਹੀਂ ਚੜਨਾ ਚਾਹੀਦਾ ਸੀ। ਮੈਂ ਮੰਨ ਸਕਦਾ ਵੀ 32 ਹਜ਼ਾਰ ਕਰੋੜ ਰੁਪਈਆ ਲੋਕੀ ਇੱਕ ਦਿਨ 'ਚ ਚੜਾ ਗਏ, ਮੈਂ ਮੰਨ ਸਕਦਾ ਇਹ ਗੱਲ। ਪਰ ਤੁਸੀਂ ਕਿਸੇ ਅਫਸਰ ਦੀ ਸਜ਼ਾ ਤੁਸੀਂ ਗਰੀਬ ਨੂੰ ਦਿਓਗੇ, ਤੁਸੀਂ ਗਰੀਬ ਕਿਸਾਨ ਨੂੰ ਦਿਓਗੇ। मैं ਮੰਨਦਾ ਨਾ ਕੋਆਪਰੇਟਿਵ ਫੈਡਰਲਿਜ਼ਮ। ਜੇ ਗੋਇਲ ਸਾਹਿਬ ਤੁਸੀਂ ਕਹਿੰਦੇ 10 ਸਾਲ ਦੇ ਵਿੱਚ ਅਸੀਂ ਤੁਹਾਨੂੰ 10 ਹਜ਼ਾਰ ਕਰੋੜ ਰੁਪਏ ਦੇਵਾਂਗੇ, 10 ਆ ਲਓ 10 ਅਗਲੇ ਸਾਲ ਤੁਹਾਨੂੰ ਅਸੀਂ 10 ਹਜ਼ਾਰ ਕਰੋੜ ਰੁਪਏ ਦੇਵਾਂਗੇ, ਤੇ ਤੁਸੀਂ ਇਹ ਝੋਨੇ ਤੇ ਕਣਕ ਦੇ ਵਿੱਚੋਂ ਨਿਕਲ ਕੇ ਡਾਈਵਰਸਿਫਿਕੇਸ਼ਨ ਕਰੋ, ਮੈਂ ਮੰਨਦਾ ਨਾ ਫਿਰ ਕੋਆਪਰੇਟਿਵ ਫੈਡਰਲਿਜ਼ਮ ਹੈ। ਇਹ ਕਿਹੜਾ ਕੋਆਪਰੇਟਿਵ ਫੈਡਰਲਿਜ਼ਮ ਹੈ? ਇਹ ਲੋਲੀਪੌਪ ਜਿਹੜੇ ਨੇ ਨਾ, ਇਹ ਲੋਲੀਪੌਪ ਤੁਸੀਂ ਕਿ ਦਿੱਲੀ ਵਾਲਿਆਂ ਨੂੰ ਜ਼ਰੂਰ ਦੇ ਲਿਓ। पंजाब का किसान समझदा असीं मिट्टी ना मिट्टी होने वाले बंदे, असीं समझदे आ इस गल नूं। इस करके तुसीं सानूं लॉलीपॉप ना दिओ, किसी ने नहीं तुहाडे इस गेम च आउणा और किसी ने वंडिया नहीं जाना। असीं गुरुआं दे नां जिउंदे आ, असीं इकट्ठे होके जीआंगे। तुसीं पंजाब दे हालात खराब करने चाहुंदे, मैं कहना ठोक के। तुसीं सानूं वंडना चाहुंदे हो, मैं कहना ठोक के। तुसीं साडा एपीएमसी मंडी सिस्टम खत्म करना चाहते हो, तुसीं लखां लोग बेरोजगार करना चाहते हो, तुसीं कन्फ्यूजन क्रिएट करना चाहते हो। तां ही मैं कहना कि इस मोहताजी चों निकली आपां। मैं कितनी बार कह चुकिया, हल दे चुकिया और 20 बार दोहरा चुकिया, एक बार फिर दोहरा देना कि पंजाब सरकार इकट्ठी होके अज 1,90,000 करोड़ की लिमिट है। पंजाब सरकार किसान यूनियन दे नाल इकट्ठी होके सारे रल मिल के बगैर एक दूजे ते उंगलां चके, बगैर एक दूजे ते तोहमतां कसे एक इकनॉमिक मॉडल खड़ा करिए भाई, एक आर्थिक मॉडल खड़ा करिए। जब तक असीं आर्थिक मॉडल खड़ा नहीं करते, ये साडियां बाहां मरोड़दे रहण। ते मैं तुहानूं कहना कि जे तुसीं, मैं एंडिंग कर रहा कि जे तुसीं ये कोऑपरेटिव फैडरलिज्म की गल करते हो तो तुसीं किसान दे लई, मजदूर दे लई सोशल जस्टिस की गल करते हो। मैं कहना सोशल जस्टिस की गल कर, इक्वालिटी की गल करते हो, तुसीं डिस्पैरिटी की गल कर, तुसीं अन्याय कर रहे हो। तुसीं साडा पीस, तुसीं साडा पीस जिहड़ा हैगा वो जार करना चाहते हो, बहाने बनाने हो, लॉ एंड ऑर्डर सिचुएशन पैदा करना चाहते हो, साडी आर्थिक व्यवस्था नूं अस्त व्यस्त करना चाहते हो। आई रेस्ट माई केस। ये 4 पॉइंटां ते कोई आजे माई दा लाल ते गल करे। चिट्ठियां लिखना कुछ नहीं होंदा मित्रा, नीयत साफ चाहिए है। सियासत है ना जी, सच्चाई नूं देखण ही नहीं दिंदी, ये सच्चाई नूं समझ नहीं आउंदी, गहरी है ना। किते आईना नहीं दिखता, किते चेहरा नहीं दिखता। ये वार करते लुक छिप के, गुड़ दे के मारते, नाले कही जाते हैं, कहते कुछ ने करते कुछ नहीं। पोतड़े खोल तू, अजे तो मैं मैदान च उतरू, आया लो, इंच पिछे नहीं हटता। आई विल नॉट फ्लिंच नॉर बैक एन इंच। 100 बार 1000 बार सोचना तां निर्णय लेना, ਜਿਹੜਾ निर्णय लेना वो तो पिछे नहीं हटिया। कोई बंदा कह दे कि सिद्धू साहब आ तू 10 साल पहला क्या सी ते अज मुकर गया, कोई कह दे।
ਕਿਹਦੇ ਨਾਲ ਜੀ? ਕਿਹੜਾ ਮਹਾਰਾਜ ਸੀਐਮ ਸਾਹਿਬ ਨੇ ਕੱਲ ਚਿੱਠੀ ਲਿਖੀ ਹੈ ਕਿ ਨਹੀਂ ਲਿਖੀ? ਦੇਖੋ ਜਿਹੜੀ ਉਹਨਾਂ ਨੇ ਲਿਖੀ ਹੈ ਉਹ ਆਪਦਾ ਉਹ ਹੈ। ਮੈਂ ਜਿਹੜੀ ਗੱਲ ਕਹਿ ਰਿਹਾ ਇਹਦਾ ਜਵਾਬ ਦੇ ਕੋਈ ਜਵਾਬ। ਮੈਂ ਨਹੀਂ ਨਾ ਟੁੱਟਦਾ। ਮੈਂ ਫੇਰ ਕਹਿ ਰਿਹਾ ਸਾਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਪਊ। ਮੇਰਾ ਰਾਹ ਅੱਡ ਹੈ। ਇੱਕ ਮਿੰਟ ਮੇਰਾ ਰਾਹ ਅੱਡ ਹੈ। ਮੈਂ ਮੁਹਤਾਜੀ ਦੇ ਖਿਲਾਫ ਹਾਂ। ਮੈਂ ਇਹ ਕਰਜ਼ੇ ਦੇ ਵੀ ਖਿਲਾਫ ਹਾਂ ਤੇ ਮੈਂ ਉਹ ਰਾਹ ਦਿੱਤੇ ਹੈ। ਮੈਂ ਉਹ ਰਾਹ ਤੋਂ ਪਿੱਛੇ ਨਹੀਂ ਹਟਿਆ। ਤੇ ਤੁਸੀਂ ਯਾਦ ਰੱਖਿਓ ਮੇਰੀ ਗੱਲ, ਦੇਰ ਆਵੇ ਸਵੇਰ ਆਵੇ ਰਾਹ ਉਹੀ ਚੁਣਨਾ ਪੈਣਾ। ਦੂਆ ਰਾਹ, ਇੱਕ ਮਿੰਟ ਖੜ ਜਾ, ਦੂਆ ਰਾਹ ਨਹੀਂ ਹੈ। ਦੂਆ ਰਾਹ ਨਹੀਂ ਹੈ। ਮੈਨੂੰ ਦੱਸ ਦਿਓ ਬਗੈਰ ਇਨਕਮ ਦੇ ਕੀ ਹੋ? ਇਨਕਮ ਕਿੱਥੋਂ ਆਉਣੀ ਹੈ? ਮੈਂ ਦੱਸ ਚੁੱਕਿਆ। ਕੋਈ ਨਵੀਂ ਗੱਲ ਨਹੀਂ ਹੈ ਵੀ ਮੈਂ ਕੋਈ ਨਵੀਆਂ ਗੱਲਾਂ ਕਰ ਰਿਹਾ, ਪੁਰਾਣੀਆਂ ਨੇ। ਸਿੱਧੂ ਸਾਹਿਬ ਜਿਸ ਤਰ੍ਹਾਂ ਤੁਸੀਂ ਕਹੀ ਆ ਗੱਲ ਚਿੱਠੀ ਪੱਤਰ ਮਸਲੇ ਦਾ ਹੱਲ ਨਹੀਂ ਹੈ, ਇਹ ਜਿਵੇਂ ਸੀਐਮ ਸਾਹਿਬ ਨੇ ਨਹੀਂ ਇਹ ਗੱਲ ਨਹੀਂ ਮੈਂ ਕਹੀ। ਤੂੰ ਯਾਰ ਦੇਖ ਇੱਕ ਗੱਲ, ਮੈਂ ਬੜਾ ਪੁਰਾਣਾ ਪਾਪੀ ਆ। ਮੈਂ ਕਿਉਂ ਕਰਦਾ? ਮੈਂ ਤਾਂ ਰੱਬ ਤੋਂ ਬਖਸ਼ਿਸ਼ ਮੰਗਦਾ। ਕਹਿ ਮੇਰੇ ਸ਼ਬਦ ਨਾ ਪਾ ਮਿੱਤਰਾ, ਗੱਲ ਸਮਝ। ਬੜੀ ਸਿੰਪਲ ਜੀ ਗੱਲ ਹੈ। ਮੈਂ ਇਹਨਾਂ ਦੀ ਜਿਹੜੀ ਸਾਜ਼ਿਸ਼ ਹੈ ਉਹ ਜ਼ਾਰ ਕੀਤੀ, ਤਾਰ ਕੀਤੇ ਜਵਾਬ ਦੇਣ। ਇਹ ਦੇਣ ਜਵਾਬ। ਇਹ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕਰਦੇ ਆ, ਮੈਂ ਉਹ ਤੋੜਤਾ। ਇਹ ਗੱਲ ਕਰਦੇ ਵੀ ਸਾਡੇ ਲੈਂਡ ਰਿਕਾਰਡਾਂ ਦੇ ਵਿੱਚ ਸਭ ਕੁਝ ਪਤਾ ਹੈ, ਮੈਂ ਉਹ ਤੋੜਤਾ। 30% ਬੰਦਿਆਂ ਨੂੰ ਪੇਮੈਂਟ ਨਹੀਂ ਮਿਲਣੀ। ਤੁਸੀਂ ਦੇਖੋ, ਤੁਸੀਂ ਖੜੇ ਕਰਦੇ ਹੋ ਉਹਨਾਂ ਨੂੰ ਤਹਿਸੀਲਦਾਰ। ਕਿਸੇ ਨੇ ਕੀਤੀ ਹੈ? ਮੈਂ ਕੀਤੀ ਹੈ ਵੀ ਭਾਈ ਤੁਸੀਂ ਅੰਬਾਨੀਆਂ ਦੇ ਲਈ ਰੂਲ ਆਰਡਰ ਰੱਖਦੇ ਹੋ, ਸਾਡੇ ਲਈ ਰੂਲ ਆਰਡਰ ਰੱਖਦੇ ਹੋ। ਤੁਸੀਂ ਵਨ ਨੇਸ਼ਨ ਵਨ ਮਾਰਕੀਟ ਦੇ ਨਾਮ ਦੇ ਉੱਤੇ 3 ਕਾਨੂੰਨ ਲੈਂਦੇ। ਤੁਹਾਡੇ ਕਾਨੂੰਨਾਂ ਦਾ ਹੀ ਮੈਂ ਜੜ ਤੋਂ ਪੱਟ ਦਿੰਦਾ। ਇਹਨਾਂ ਦੀ ਜਿਹੜੀ ਆਤਮਾ ਹੈ ਉਹਨੂੰ ਖੇਡ ਦਿੰਦਾ। ਸਰੀਰ ਕਿੱਥੇ ਰਹੇ ਜਾਣਾ? ਤੁਸੀਂ ਵਨ ਨੇਸ਼ਨ 2 ਮਾਰਕੀਟਸ ਕ੍ਰੀਏਟ ਕਰ, 2 ਮਾਰਕੀਟਸ ਪ੍ਰਾਈਵੇਟ ਪਲੇਅਰਾਂ ਨੂੰ ਹੈਲਪ ਕਰ ਰਹੇ ਹੋ, ਠੀਕ ਹੈ ਜੀ, ਤੇ ਤੁਸੀਂ ਸਰਕਾਰੀ ਮੰਡੀ ਮਾਰ ਰਹੇ ਹੋ। ਕਾਨੂੰਨੀ ਤੌਰ ਤੇ ਫਾਈਟ ਕਰੋਗੇ? ਮੈਂ ਕਿਹਾ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ। ਮੈਂ ਤੇ ਪਹਿਲੇ ਦਿਨ ਦਾ ਕਹਿਣਾ ਵੀ ਇਹ ਕਾਨੂੰਨੀ ਇਲੀਗਲ ਨੇ। ਮੈਂ ਤਾਂ ਪਹਿਲੇ, ਤੁਸੀਂ ਦੇਖੋ ਵਿਧਾਨ ਸਭਾ ਸੈਸ਼ਨ ਸੀ, ਠੀਕ ਹੈ, ਮੈਂ ਉੱਥੇ ਠੋਕ ਕੇ ਕਿਹਾ ਕਿ ਨਹੀਂ ਕਿ ਇਹ ਕਾਨੂੰਨ ਇਲੀਗਲ ਨੇ, ਇਹ ਰਾਸ਼ਨਲ ਨੇ, ਰਿਜੈਕਟ ਕਰੋ ਇਹਨਾਂ ਨੂੰ। ਕਈ ਸੂਬੇ ਨਹੀਂ ਮੰਨਦੇ, ਅਸੀਂ ਨਹੀਂ ਮੰਨੇ। ਕਾਵੇਰੀ ਰਿਵਰ ਵਾਟਰਸ ਦੇ ਵਿੱਚ ਸਟੇਟ ਨਹੀਂ ਮੰਨੇ, ਅਸੀਂ SYL ਵੇਲੇ ਨਹੀਂ ਮੰਨੇ। ਹਾਂਜੀ ਜਿਹੜਾ ਹੈਗਾ NRCC ਆ ਜਿਹੜਾ ਹੈਗਾ CA ਜਿਹੜਾ ਹੈਗਾ, ਇਹਨੂੰ ਕਿਹੜਾ ਸਟੇਟ ਮੰਨੇ ਨੇ? ਉਹ ਯਾਰ ਸਾਡੀ ਹੋਂਦ ਦੀ ਖਤਮ ਕਰ ਦਿਓਗੇ ਤੁਸੀਂ, ਸਾਡੀ ਪੱਗ ਨੂੰ ਹੱਥ ਪਾਓਗੇ ਤੇ ਪੰਜਾਬੀ ਡਰਦਾ। ਇਹ ਨਜ਼ਰਾਂ ਨਹੀਂ ਜਣੀਆਂ ਚੁੱਕਣ ਵਾਸਤੇ। ਸੁਣ ਲੈ ਮਿੱਤਰਾ, ਇਹ ਨਜ਼ਰਾਂ ਨਹੀਂ ਬਣੀਆਂ ਚੁੱਕਣ ਵਾਸਤੇ। ਇਹ ਖੜ ਜਾ ਯਾਰ, ਇਹ ਤੇ ਬਣੀਆਂ ਨੇ ਸ਼ਹੀਦੀਆਂ ਤੇ ਖੁਮਾਰੀਆਂ ਦੇ ਲਈ, 2 ਕੰਮਾਂ ਵਾਸਤੇ ਸਾਡੇ ਸਿਰ ਬਣੇ, ਜਾਂ ਆਰੀਆਂ ਦੇ ਲਈ ਤੇ ਜਾਂ ਸਰਦਾਰੀਆਂ ਦੇ ਲਈ। ਝੁਕਦੇ ਨਹੀਂ। I understand the press conferences and you taking up the matter in the Vedanta. But otherwise, as a political leader who has a say in the country, you are a known face. What else are you doing to take it up, bring it up with the center? You're saying that you're a friend. Have you written to him or you will be writing to him? Once the chief minister writes to the prime minister, do I have to write? But there are certain things, there are certain other things that I have disclosed. They will expose them. I am assisting this great state in every which way. Kisan Morcha in every which way, without expecting anything in return. हाँ जी, ਤੁਸੀਂ ਕੱਲ ਇੱਕ ਟਵੀਟ ਕੀਤਾ ਕਿ ਸਿਆਸਤ ਕੋਲ ਲਹੂ ਪੀਣੇ ਦੀ ਲੱਤ ਹੈ, ਵਰਨਾ ਮੁਲਕ ਨੇ ਸਭ ਖੈਰੀਅਤ ਹੈ। ਇਹ ਸਿਰਫ ਇੱਕ ਪਾਰਟੀ ਲਈ ਹੈ ਜਾਂ ਜੋ ਤੁਹਾਡਾ ਐਕਸਪੀਰੀਅੰਸ ਹੈ ਉਸ ਲਿਹਾਜ਼ ਤੇ ਤੁਸੀਂ ਇਹ? ਤੂੰ ਜਾਨੀ ਜਾਣ, ਸਾਡੇ ਨਾਲ ਜਾਨੀ ਜਾਣ ਤੂੰ ਐ ਤੇ ਪੁੱਛਦਾ ਮੈਨੂੰ? ਟਵੀਟ ਤੁਹਾਡਾ ਮਿੱਤਰਾ ਟਵੀਟ ਮੇਰਾ ਤੇ ਤੂੰ ਮੈਂ ਤਾਂ ਨਹੀਂ ਕਿਹਾ ਮੈਂ ਐਕਸਪਲੇਨ ਕਰੂੰ। ਕਿਹਾ ਨਾ, ਮੈਂ ਕਹਿਤਾ ਜਿਹੜੇ ਸਮਝਣ ਵਾਲੇ ਸਮਝ ਜਾਂਦੇ ਆ। ਤੂੰ ਜੋ ਮੇਰੇ ਤੋਂ ਕਹਾਉਣਾ ਚਾਹੁੰਦਾ ਉਹ ਨਹੀਂ ਕਹਿੰਦਾ। ਹੋਰ ਦੱਸ। ਮੈਂ ਕਿਹਾ ਮੈਦਾਨ 'ਚ ਆਊਂਗਾ, ਤੈਨੂੰ ਦੱਸ ਕੇ ਥੋੜਾ ਨਾ ਆਊਂਗਾ। ਮੈਂ ਮੀਡੀਆ ਨੂੰ ਦੱਸ ਕੇ ਥੋੜਾ ਨਾ ਆਊਂਗਾ। ਮੈਂ ਮੈਦਾਨ 'ਚ ਆ ਰਿਹਾ ਮਿੱਤਰਾ। ਜਦੋਂ ਤੁਸੀਂ ਗੁਪਤ ਵਿਚਾਰ ਪ੍ਰਗਟ ਕਰਦੇ ਹੋ ਨਾ, ਉੱਥੇ ਹੀ ਖਤਮ ਹੋ ਜਾਂਦਾ ਬੰਦਾ, ਕਿਉਂਕਿ 200 ਬੰਦੇ ਨਿਕਲ ਜਾਣਗੇ ਐਂ ਕਰਕੇ। ਬੜੇ ਸੰਗੀਨ ਆਰੋਪ ਲਾਇਆ ਕੇਂਦਰ ਸਰਕਾਰ ਨੇ ਬਾਰਡਰ ਤੇ ਬੈਠੇ ਕਿਸਾਨਾਂ ਦੇ ਉੱਤੇ ਕਿ ਬੰਦੂਆਂ ਮਜ਼ਦੂਰਾਂ ਦੀ ਤਰ੍ਹਾਂ ਯੂਪੀ ਬਿਹਾਰ ਦੇ ਜਿਹੜੇ ਮਜ਼ਦੂਰ ਹੈਗੇ, ਹਾਂਜੀ, ਉਹਨਾਂ ਤੋਂ ਕੰਮ ਕਰਾਇਆ ਜਾਂਦਾ, ਨਸ਼ੇੜੀ ਬਣਾਇਆ ਜਾਂਦਾ। ਹਿਊਮਨ ਰਾਈਟਸ ਹੈ, ਹਿਊਮਨ ਰਾਈਟਸ ਹੈ ਨਾ ਯਾਰ। ਤੂੰ ਮੇਰੀ ਗੱਲ ਸੁਣ, ਹਿਊਮਨ ਰਾਈਟ ਵਾਇਲੇਸ਼ਨ ਕਹਿ ਰਿਹਾ ਇਹ। ਲੈ ਮੈਂ ਪੁੱਛਦਾ, ਕੋਵਿਡ ਹੋਇਆ ਸੀ, ਕੋਵਿਡ ਲੱਖਾਂ ਕਰੋੜਾਂ ਮਜ਼ਦੂਰ ਹਜ਼ਾਰਾਂ ਮੀਲ ਤੋਰੇ ਤੁਸੀਂ ਨੰਗੇ ਪੈਰੀ,
ਬਿਲਕ ਬਿਲਕ ਕੇ ਮਰੇ। ਪਹਿਲਾਂ ਉਹਦਾ ਜਵਾਬ ਦੇ, ਹਿਊਮਨ ਰਾਈਟ ਸੀ ਕਿ ਨਹੀਂ ਸੀ? ਜਾ ਦੇ ਜਵਾਬ, ਮੈਂ ਉਹਨਾਂ ਜਿੱਥੇ ਕਹਿਣਾ ਉਹ ਹਿਊਮਨ ਰਾਈਟ ਵਾਲੇ ਨਹੀਂ। ਨੰਗੇ ਪੈਰ ਤੋਰੇ ਤੁਸੀਂ, ਤੁਹਾਨੂੰ ਸ਼ਰਮ ਨਾ ਆਈ? ਹੈਂ, ਗਰੀਬ ਬੇਆਬਰੂ ਕੀਤਾ ਤੁਸੀਂ। ਕਿਹਨੂੰ ਸਨਮਾਨ ਦਿੰਦੇ ਹੋ ਤੁਸੀਂ? ਕਿਹਨੂੰ ਜੱਫੀਆਂ ਪਾਉਂਦੇ ਹੋ ਤੁਸੀਂ? ਕਿਹਨੂੰ ਖੜ ਕੇ ਵੈਲਕਮ ਕਰਦੇ ਹੋ? ਕਿਹਦੇ ਜੋ 300 ਕਿਸਾਨ ਸ਼ਹੀਦ ਹੋ ਗਿਆ, ਇੱਕ ਸ਼ਬਦ ਬੋਲੇ ਤੇ ਕਹੇ ਅਮੀਰ ਦੇ ਜਵਾਕ ਜੰਮਦਾ ਟਾਂ। ਕੌਣ ਪਹੁੰਚਦਾ ਉੱਥੇ? ਤੈਨੂੰ ਪਤਾ ਨਹੀਂ ਮਿੱਤਰਾ। ਹਿਊਮਨ ਰਾਈਟਸ ਵਾਇਲੇਸ਼ਨ ਦੀ ਗੱਲ ਕਰਦੇ ਤੁਸੀਂ। ਓਏ ਸ਼ਰਮ ਕਰੋ। ਲੱਖਾਂ ਕਿਸਾਨ, ਤੁਸੀਂ ਲੱਖਾਂ ਗਰੀਬ ਤੋਰਿਆ ਪੈਦਲ, ਖੂਨੋ ਖੂਨ। ਸੜਕਾਂ ਦੇ ਉੱਤੇ ਜਵਾਕ ਪੈਦਾ ਹੋਏ, ਸੜਕਾਂ ਦੇ ਉੱਤੇ ਮਰੇ, ਗੱਡੀਆਂ ਥੱਲੇ ਆ ਲੋਕ ਮਰੇ। ਹੈਂ, ਕਾਹਦੇ ਪਿੱਛੇ? ਜ਼ਲੀਲ ਕੀਤੇ ਤੁਸੀਂ ਗਰੀਬ। ਗੱਲ ਕਰਦੇ ਹੋ। What about the institutions? ਤੁਸੀਂ ਹੁਣੇ ਕਿਹਾ ਕਿ ਜਿਹੜੇ institutions ਦਾ RBI and others, ਉਹਨਾਂ ਨੂੰ ਇਹ ਮਿਸਯੂਜ਼ ਕਰ ਰਹੇ, ਆਮ-ਟੂਰਿਸਟ ਕਰ ਰਹੇ। ਚਲੋ ਬਸ ਉਹ ਵੀ ਕਰ ਰਹੇ ਹੈ, CBI ਤੇ ਏਜੰਸੀਜ਼ ਨੂੰ ਵੀ ਕਰ ਰਹੇ ਹੈ। ਤੁਹਾਨੂੰ when we talk about ਪੰਜਾਬ ਨਾਲ ਜਦੋਂ ਕੀ ਕਰਦੇ ਹੈ, you think that ਇਹਨੂੰ ਸਟਰੋਂਗਲੀ ਨਹੀਂ ਲਿਖਿਆ ਜਾ ਰਿਹਾ? ਛੋਟੇ ਆਪਾਂ ਉਹਨਾਂ ਨੂੰ ਲਿਖਦੇ ਹਾਂ, ਆਪਾਂ ਤਾਂ ਚਿੱਠੀਆਂ ਲਿਖ ਰਹੇ ਹਾਂ ਉਹਨਾਂ ਨੂੰ। ਛੋਟੇ ਭਾਈ, ਜਿਹੜਾ ਇਹ ਮੁੱਦਾ ਹੈ ਨਾ, ਆਪਾਂ ਇਹਦੇ ਫੋਕਸ ਕਰੋ। ਜੇ ਮੈਂ ਉਹਦੇ ਉਧਰ ਨੂੰ ਬੋਲਿਆ ਨਾ, ਹੈਡਲਾਈਨ ਤੁਸੀਂ ਉਹਦੀ ਲਾ ਦਿਓ। ਮੈਂ ਨਹੀਂ ਚਾਹੁੰਦਾ। ਦੇਖੋ ਗੱਲ ਸੁਣ, ਮੈਂ ਜਾਂ ਤੇ ਯਾਰ ਇੰਨਾ ਸਿਆਣਾ ਬੰਦਾ, ਇੰਨਾ ਪੜ੍ਹਿਆ ਲਿਖਿਆ, ਮੈਂ ਤਾਂ ਇੰਨਾ ਭਰੋਸਾ ਤੇਰੇ ਤੇ, ਮੈਂ ਤੇਰੇ ਲੇਖ ਪੜ੍ਹਦਾ, ਜ਼ਬਰਦਸਤ ਲੇਖ ਹੁੰਦੇ। ਤੈਨੂੰ ਪਤਾ ਨਹੀਂ ਮਿੱਤਰਾ ਕਿ ਕਿਹੜੀਆਂ ਕਿਹੜੀਆਂ ਇੰਸਟੀਟਿਊਸ਼ਨ, ਤੈਨੂੰ ਪਤਾ ਨਹੀਂ ਕਿ ਕਿਹੜੇ ਜੱਜ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ, ਕੀ ਹੈ ਕੀ ਨਹੀਂ, ਸਭ ਪਤਾ ਮਿੱਤਰਾ। ਮੇਰੇ ਮੂੰਹ ਕਿਉਂ ਕਢਾਉਣਾ? ਮੈਂ ਤੇ ਆਹ ਕੱਢ ਲਿਆ ਯਾਰ, ਤੂੰ ਇਹਨੂੰ ਲਾ, ਮੇਰੇ ਤੇ ਆਸਾਨ ਕਰ। ਤੁਸੀਂ ਕਹਿ ਰਹੇ ਹੋ ਸਰਕਾਰ ਤੇ ਕਿਸਾਨਾਂ ਨੂੰ ਜਿਹੜਾ ਰਲ ਕੇ ਕੁਝ ਕਰਨਾ ਚਾਹੀਦਾ। ਬਿਲਕੁਲ ਬਿਲਕੁਲ। ਤੁਸੀਂ ਆਪਣੀ ਪੰਜਾਬ ਸਰਕਾਰ ਦੀ ਗੱਲ ਕੀਤੀ, ਤੁਸੀਂ ਉਹਨਾਂ ਨਾਲ ਗੱਲ ਕੀਤੀ ਇਸ ਤਰ੍ਹਾਂ? ਮੈਂ ਗੱਲ ਵੀ ਕੀਤੀ ਹੈ, ਸਮਝਿਆ ਨਹੀਂ? ਮੈਂ ਵਿਧਾਨ ਸਭਾ ਦੇ ਵਿੱਚ ਬੋਲਿਆ ਵੀ ਹਾਂ, ਠੀਕ ਹੈ ਜੀ। ਕੀ ਰਿਸਪੌਂਸ ਸੀਗਾ ਜੀ? ਦੇਖੋ ਤੁਹਾਡੇ ਸਾਹਮਣੇ ਹੀ ਹੈ ਰਿਸਪੌਂਸ। ਉਹ ਥੋੜਾ ਜਿਹਾ ਹੀ ਚੱਲਿਆ, ਫਿਰ ਉਦੋਂ ਬਾਅਦ ਫਿਊਜ਼ ਉੱਡ ਗਿਆ, ਥੋੜਾ ਜਿਹਾ ਚੱਲਿਆ। ਬਾਕੀ ਦੂਜੀ ਚੀਜ਼ ਜਿਹੜੀ ਸੀਗੀ ਮੈਂ ਅੰਦਰ ਬੋਲਣਾ ਸੀ, ਪਰ ਉਹ ਪਾਰਟੀ ਦਾ ਉਹ ਹੁੰਦਾ, ਨਿਯਮ ਹੁੰਦਾ। ਮੈਂ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ, ਤੇ ਉੱਥੇ ਉਹਨਾਂ ਨੇ ਤੈਅ ਕੀਤਾ ਵੀ ਫਲਾਣੇ ਫਲਾਣੇ ਬੋਲਣਗੇ, ਫਲਾਣੇ ਫਲਾਣੇ ਬੋਲਣਗੇ। ਅਸੀਂ ਉੱਥੇ ਪੂਰਾ, ਜਿੱਥੇ ਸਾਡੀ ਵਾਰੀ ਆਈ ਟਿਕਾ ਕੇ ਬੋਲੇ, EVM ਮਸ਼ੀਨਾਂ ਤੇ ਬੋਲੇ, ਹੋਰਾਂ ਤੇ ਬੋਲੇ, ਹਰ ਚੀਜ਼ ਤੇ ਬੋਲੇ, ਠੋਕ ਕੇ ਬੋਲੇ, ਡਿਸਪਲਿਨ ਤੇ ਬੋਲੇ, ਲਾਈਵ ਟੈਲੀਕਾਸਟ ਤੇ ਬੋਲੇ। ਇੱਕ ਮਿੰਟ ਠਹਿਰੋ। ਲੇਕਿਨ ਜਿਹੜੀ ਗੱਲ ਮੈਂ ਕਰਨੀ ਸੀ ਤੁਹਾਡੇ ਸਾਹਮਣੇ ਰੱਖੀ, ਬਾਹਰ ਆ ਕੇ ਰੱਖੀ। ਤੁਹਾਨੂੰ ਇਹ ਦੱਸਿਆ ਵੀ ਇਹਨਾਂ ਕਾਨੂੰਨਾਂ ਦੀ ਇਲੀਗੈਲਿਟੀ ਕੀ ਹੈ, ਤੁਹਾਨੂੰ ਇਹ ਦੱਸਿਆ ਵੀ ਕਿਉਂ ਰੱਦ ਹੋਣੇ ਚਾਹੀਦੇ ਆ, ਤੁਹਾਨੂੰ ਇਹ ਦੱਸਿਆ ਵੀ ਵੇ ਫਾਰਵਰਡ ਕੀ ਹੈ। ਕੋਈ ਵੀਡੀਓ ਚੁੱਕ ਲਓ ਤੇ ਕਿਸੇ ਨੇ ਉਹ ਰਾਹ ਦੱਸੇ ਹੋਣ ਤਾਂ ਮੈਨੂੰ ਦੱਸ ਦਿਓ। ਤੇ ਜੇ ਮੇਰੇ ਤੋਂ ਬਿਹਤਰ ਕਿਸੇ ਦਾ ਰਾਹ ਹੋਵੇ, ਮੈਂ ਉਹਦੇ ਮਗਰ ਤੁਰੂ। ਜੇ ਨਾ ਤੁਰਾਂ ਤੇ ਜੱਟ ਨਾ ਕਹੀਓ, ਨਾ ਕਹੀਓ ਮੈਨੂੰ ਨਵਜੋਤ ਸਿੰਘ ਸਿੱਧੂ। ਮੈਂ ਤੁਹਾਨੂੰ ਪਹਿਲਾਂ ਜਦੋਂ ਕਰਤਾਰਪੁਰ ਸਾਹਿਬ ਦਾ ਉਹ ਖੁੱਲਿਆ ਤੇ ਮੇਰੇ ਤੇ ਉਂਗਲਾਂ ਚੱਕੀਆਂ, ਮੈਂ ਕਿਸੇ ਤੇ ਚੱਕੀ? ਕਿਸੇ ਤੇ ਨਹੀਂ। ਮੈਂ ਪੋਲਿਟਿਕਸ ਕੀਤੀ ਨਹੀਂ ਕੀਤੀ, ਕਿਉਂਕਿ ਉਹ ਗੁਰੂ ਦਾ ਆਦੇਸ਼ ਸੀ। ਡਾਕੀਆ ਬਣਾਇਆ ਉਹਨੇ। ਇਦੋਂ ਵੱਡਾ ਸਨਮਾਨ ਸਾਡੀ ਕੀ ਪੁੱਛਣਾ ਸੀ? ਤੇ ਫਿਰ ਮੈਂ ਉਦੋਂ ਵੀ ਕਿਹਾ ਸੀ ਵੀ ਜਿਹੜੇ ਮੇਰੇ ਤੇ ਉਂਗਲਾਂ ਚੱਕਦੇ ਉਹ ਖੁਲਾਉਣ, ਮੈਂ ਉਹਨਾਂ ਦੇ ਪਿੱਛੇ ਤੁਰੂ, ਉਹਨਾਂ ਦੇ ਪੈਰ ਤੋਂ ਨੀਵਾਂ ਹੋ ਕੇ ਉਹਨਾਂ ਦੇ ਮਗਰ ਤੁਰੂ। ਜੇ ਨਾ ਤੁਰਾਂ ਤਾਂ ਜੁੰਮਾ ਦਈਓ। ਇਹ ਸਵਾਲ 5 ਕਰੋੜ ਪੰਜਾਬੀਆਂ ਦੀ ਹੋਂਦ ਦਾ ਹੈ, ਸਵਾਲ ਇਰਰਿਪੇਅਰੇਬਲ ਡੈਮੇਜ ਦਾ ਹੈ, ਸਵਾਲ ਸਾਡੀ ਅਗਲੀ ਜਨਰੇਸ਼ਨ ਦਾ। ਜੇ ਅੱਜ ਨਹੀਂ ਲੜੇ ਤੇ ਫਿਰ ਮੇਰੀ ਗੱਲ ਨੂੰ ਸੁਣ ਲੈ, ਫਿਰ ਕਾਹਦੀ ਪੋਲਿਟਿਕਸ ਕਰਨੀ? ਸਿੱਧੂ ਸਾਹਿਬ, ਮਾਡਲ ਦੀ ਸਮੱਸਿਆ ਹੈਗੀ, ਜਿਹੜੇ ਕ੍ਰਾਈਸਿਸ ਨੇ ਸਾਰੇ ਕਿਹੜੇ ਜੀ? ਸੈਂਟਰ ਸਟੇਟ ਰਿਲੇਸ਼ਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਾਂ ਇਹ ਕੋਈ ਵੈਸੇ ਇੱਕ ਮਾਡਲ ਦੀ ਗੱਲ ਵੀ ਹੈ ਕਿ ਮਾਡਲ ਚਾਹੀਦਾ ਤਾ, ਉਹ ਮਾਡਲ ਦੀ ਗਵਾਹੀ ਕੌਣ ਕਰੂਗਾ? ਮੇਰੀ ਇੱਕ ਗੱਲ ਲੱਗਦਾ ਇਸ ਟਾਈਮ ਪੰਜਾਬ ਇੱਕ ਵਿਜ਼ਨਰੀ ਉਸ ਤਰ੍ਹਾਂ ਦਾ, ਮਤਲਬ ਕੌਣ ਗਵਾਹੀ ਕਰੂਗਾ? ਵੇਖ ਮਿੱਤਰਾ, ਮੇਰੀ ਗੱਲ ਨੂੰ ਸੁਣ। ਇਹਨਾਂ ਗੱਲਾਂ 'ਚ ਹੀ ਉਲਝਾ ਦਿੰਦੇ ਹੋ ਤੁਸੀਂ। ਇਹ ਤੁਹਾਡੀ ਖਾਸੀਅਤ ਹੈ, ਪਰ ਮੇਰੀ ਵੀ ਖਾਸੀਅਤ ਹੈ, ਮੈਂ ਉਲਝਦਾ ਨਹੀਂ। ਮੈਂ ਤੈਨੂੰ ਸਮਝਾਣਾ ਹੁਣ, ਸਮਝਾ। ਕੋਈ ਕਹੂ ਉਹ ਫਲਾਨਾ ਇਹ ਕੈਂਡੀਡੇਟ ਜੀ, ਉਹ ਫਲਾਨਾ ਮੁੱਖ ਮੰਤਰੀ ਜੀ, ਕੋਈ ਦੱਸਦਾ ਹੈ? ਕੋਈ ਕਹੇ ਜੀ ਇੰਨੀਆਂ 26 ਲੱਖ ਜੀ ਨੌਕਰੀਆਂ, ਓਏ ਇੰਨੀਆਂ ਜੀ ਕਿੱਥੋਂ, ਕਿਵੇਂ, ਪੁੱਛਦੇ ਆ? ਉਦੋਂ ਹੀ ਕਹਿ ਦਿੰਦੇ। ਇਹ ਕਿਹਨੇ ਤੈਅ ਕਰਨਾ ਭਾਈ ਵੀ ਕਿਹਦਾ ਏਜੰਡਾ ਠੀਕ ਹੈ? ਇਹ ਕਿਹਨੇ ਤੈਅ ਕਰਨਾ? ਪੰਜਾਬ ਦੇ ਲੋਕਾਂ ਨੇ। ਉਹਨੂੰ ਪੁੱਛ ਜਾ। ਨਵਜੋਤ ਸਿੰਘ ਸਿੱਧੂ ਨੇ ਨਹੀਂ ਤੈਅ ਕਰਨਾ। ਨਵਜੋਤ ਸਿੰਘ ਸਿੱਧੂ ਰੱਖੂਗਾ ਗੱਲ, ਮਰਦੇ ਦਮ ਤੱਕ ਰੱਖੂਗਾ। ਪੰਜਾਬ ਸਰਕਾਰ ਦਿੰਦੀ ਹੈ ਕਿ ਅਸੀਂ ਇਹ ਨੌਕਰੀਆਂ। ਮੈਂ ਕਿਹਾ ਮੇਰੀ ਗੱਲ ਨੂੰ ਸੁਣੋ, ਪੰਜਾਬ ਸਰਕਾਰ ਜੋ ਕੁਝ ਵੀ ਕਹਿੰਦੀ ਹੈ ਉਹਦਾ ਫੈਸਲਾ ਮੈਂ ਕਰੂੰ। ਉਹਦਾ ਠਹਿਰ ਜਾ, ਮੈਂ ਜਵਾਬ ਦੇਣ ਤੇ ਮਿੱਤਰਾ, ਉਹਦਾ ਫੈਸਲਾ ਮੈਂ ਕਰੂੰ ਮਿੱਤਰਾ।
ਜਾਂ ਤੁਸੀਂ ਕਰੋਗੇ? ਉਹਦਾ ਫੈਸਲਾ ਵੀ ਪੰਜਾਬ ਦੇ ਲੋਕ ਨਹੀਂ ਸਰ, ਸਿੱਧੂ ਸਾਹਿਬ ਕਰਨਗੇ। ਇਹ ਪੰਜਾਬ ਦੇ ਲੋਕ ਦੱਸਣਗੇ ਵੀ ਜੋ ਪੰਜਾਬ ਸਰਕਾਰ ਕਹਿੰਦੀ ਹੈ ਉਹ ਠੀਕ ਹੈ, ਜੇ ਠੀਕ ਹੋਈ ਦੁਬਾਰਾ, ਨਹੀਂ ਸਿੱਧੂ ਸਾਹਿਬ ਤੁਹਾਡੀ ਜੇ ਨਾ ਠੀਕ ਹੋਈ ਲਾਂਭੇ। ਸਿੱਧੂ ਸਾਹਿਬ ਤੁਹਾਡੀ ਪੰਜਾਬ ਦੇ ਕਿਉਂ? ਨਹੀਂ ਨਹੀਂ ਸਿੱਧੂ ਸਾਹਿਬ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਲਈ ਤੁਸੀਂ ਇੱਕ ਸਪੈਸ਼ਲ ਹੋ, ਤੁਹਾਡੀ ਖਾਸ ਇੱਕ ਵਿਅਕਤੀਗਤ ਪਛਾਣ ਹੈ ਤੇ ਤੁਹਾਡੇ ਤੋਂ ਆਸ ਰੱਖਦੇ ਨੇ। ਹੁਣ ਇਹੋ ਜਿਹੇ ਦੌਰ 'ਚ ਆਪਾਂ ਪਹੁੰਚ ਚੁੱਕੇ ਹਾਂ ਵੀ ਤੁਹਾਡੇ ਜਿਹੜੇ ਫੈਸਲੇ ਨੂੰ ਉਹ ਦੇਖ ਰਹੇ ਨੇ। ਅਸੀਂ ਤਾਂ ਪੁੱਛ ਰਹੇ ਹਾਂ ਵੀ ਤੁਸੀਂ ਕਾਂਗਰਸ ਦੀ ਕਾਰਗੁਜ਼ਾਰੀ, ਮੇਰਾ ਫੈਸਲਾ। ਤੁਹਾਡਾ ਅਗਲਾ ਫੈਸਲਾ ਦੇਖੋ क्या बात पूछी है, मेरा फैसला सुन। छोटे वीर बहुत वधिया सवाल किया तैं, छोटे वीर बहुत वधिया सवाल किया। कोई फैसला नवजोत सिंह सिद्धू ने लिता होवे, पंजाब ਲਈ ਨਾ ਲਿੱਤਾ ਹੋਵੇ, ਆਪਣੇ ਲਈ ਲਿੱਤਾ ਹੋਵੇ, ਮੈਨੂੰ ਇੱਕ ਦੱਸ। ਕੋਈ ਇੱਕ ਬੰਦਾ ਨਾ ਲਓ ਇਸ ਹਿੰਦੁਸਤਾਨ ਦੇ ਵਿੱਚ, ਇੱਕ ਬੰਦਾ ਨਾ ਲਓ ਜਿਹਨੇ 6 ਸਾਲ ਦੀ ਰਾਜ ਸਭਾ ਛੱਡੀ ਹੋਵੇ। ਇੱਕ ਨਾ ਲਓ, ਇੱਕ ਬੰਦਾ ਨਾ ਲਓ ਜਿਹਨੇ ਐਮਪੀ ਗਿਰੀ ਛੱਡੀ ਹੋਵੇ। ਇੱਕ ਬੰਦਾ ਨਾ ਲਓ ਜਿਹਨੇ ਗੁਰੂ ਘਰ ਨਾ ਛੱਡਣ ਦੇ ਲਈ ਐਮਪੀਸ਼ਿਪ ਵੀ ਛੱਡੀ ਹੋਵੇ, I&B ਮਿਨਿਸਟਰੀ ਵੀ ਛੱਡੀ ਹੋਵੇ। ਇੱਕ ਬੰਦਾ ਨਾ ਲਓ ਜਿਹੜਾ ਕਹਿੰਦਾ ਹੋਵੇ ਵੀ ਆਹ ਰਾਹ ਹੈ, ਜੇ ਕਿਸੇ ਹੋਰ ਰਾਹ ਤੇ ਤੋਰਨਾ ਕੋਈ ਗੱਲ ਨਹੀਂ, ਤੁਸੀਂ ਤੁਰੋ, ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਆ ਚੁੱਕੋ ਤੁਹਾਡੀ ਮਿਨਿਸਟਰੀ। ਤਾਂ ਹੀ ਤੇ ਤੁਹਾਡੇ ਤੋਂ ਜਾਰੀ ਆਸਣ ਹੈ ਜੀ। ਮੇਰੀ ਗੱਲ ਨੂੰ ਸੁਣੋ, ਇੱਕ ਮਿੰਟ ਹੈ। ਇਸ ਕਰਕੇ ਜਦੋਂ ਮੈਂ ਬੀਜੇਪੀ ਵੀ ਛੱਡੀ ਸੀ, ਪਾਰਟੀ ਵਧੀਆ ਰੱਖਦੀ ਸੀ, ਕੋਈ ਰੌਲਾ ਹੀ ਨਹੀਂ ਸੀ। ਆ ਚੱਕ ਬਈ ਕਰ ਕੰਪੇਨ ਇਹਨਾਂ ਦੀ, ਮੈਂ ਕਿਹਾ ਜੀ ਇਹ ਡਾਕੂ ਨੇ, ਮੈਂ ਨਹੀਂ ਕਰਦਾ। ਅੱਛਾ ਜੇ ਕੰਪੇਨ ਨਹੀਂ ਕਰਨੀ ਮਿੱਤਰਾ, ਕੰਪੇਨ ਨਹੀਂ ਕਰਨੀ ਨਾ ਕਰ, ਕੋਈ ਗੱਲ ਨਹੀਂ, ਫਿਰ ਪੰਜਾਬ ਤੋਂ ਦੂਰ ਰਹਿ। ਕਿਉਂ? ਮੈਂ ਜੜ ਤੋਂ ਦੂਰ ਹੋ ਜਾ? ਕੀ ਹੈ ਮੇਰਾ ਸੁਪਨਾ? ਜੇ ਮੈਂ ਆਪਣਾ ਘਰ ਨਹੀਂ ਸੰਵਾਰ ਸਕਦਾ, ਮੈਂ ਬਾਹਰ ਜਾ ਕੇ ਝਾੜੂ ਦਿੰਦਾ ਫਿਰਾਂ, ਫਿਰ ਕਿਆ ਆਖੇ ਜੀ ਇੱਥੋਂ ਬਾਹਰ ਚੱਲ ਜਾਓ। ਬੜੀਆਂ ਸਾਜ਼ਿਸ਼ਾਂ ਰਚਦੇ ਆ, ਇੱਥੋਂ ਬਾਹਰ ਚੱਲ ਜਾ, ਤੈਨੂੰ ਉੱਥੇ ਦਾ ਉਹ ਬਣਾ ਦਿੰਦੇ ਆ ਫੇਸ। ਮੈਂ ਫਿਰ ਤੇ ਮੈਂ ਉੱਥੇ ਹੀ ਸੀ, ਠੀਕ। ਹਾਂਜੀ, ਮੇਰੇ ਮੁੰਡੇ ਨੇ ਫੈਸਲਾ ਅਸਿਸਟੈਂਟ ਐਡਵੋਕੇਟ ਜਨਰਲ ਕਿਹਦੇ ਲਈ ਛੱਡਿਆ? ਸਵੇਰੇ ਆਰਟੀਕਲ ਪੜਿਆ, ਕਹਿੰਦਾ ਪਾਪਾ ਦੇ ਆਰ ਅਕਿਊਜ਼ਿੰਗ ਯੂ ਆਫ ਨੈਪੋਟਿਜ਼ਮ। ਆਪਦੀ ਮਾਂ ਨੂੰ ਕਹਿੰਦਾ ਜੇ ਚੇਅਰਮੈਨ ਨਹੀਂ ਲਿੱਤੀ ਮੇਰੇ ਮਾਰੇ ਦਾ ਮੂੰਹ ਦੇਖੇ। ਤੁਰ ਗਿਆ, ਅੱਜ ਤੇ ਨਹੀਂ ਆਇਆ ਵਾਪਸ। ਕਿਹਦੇ ਲਈ ਕੀਤਾ? ਆਪਣੇ ਲਈ ਕਿ ਪੰਜਾਬ ਲਈ? ਦੱਸੋ ਨਾ ਕਿਹਦੇ ਲਈ ਕੀਤਾ ਤੱਕ ਜਵਾਬ ਦੇਵੇ ਕੋਈ ਲਿਆ ਬਲਾਕ ਬੰਦਾ, ਜਿਹੜੇ ਹਰ ਰੋਜ਼ ਸ਼ੁਰਲੀਆਂ ਛੱਡ ਦਿੰਦੇ ਆ। ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹਨਾ, ਇੱਕ ਵਾਰ ਦਊਂ, ਬਾਅਦ ਦੇ ਵਿੱਚ ਮੈਂ ਸਫਾਈਆਂ ਨਹੀਂ ਦਿੰਦਾ ਨਾ ਮੈਂ ਦਵਾਂ। ਨਵਜੋਤ ਸਿੰਘ ਸਿੱਧੂ ਨੇ, ਪੁੱਤਰ ਸਰਦਾਰ ਭਗਵੰਤ ਸਿੰਘ ਸੁਤੰਤਰਤਾ ਸੈਨਾਨੀ, ਜਿਹਨੇ ਰਜਵਾੜੇ ਛੱਡੇ, ਸਾਬਣ ਨਹੀਂ ਦੇਖਿਆ 3-3 ਮਹੀਨੇ, ਕੀਰਤੀ ਕਦਰ ਪਾਰਟੀ ਦੇ ਵਿੱਚ ਤੇਜਾ ਸਿੰਘ ਸੁਤੰਤਰ ਦੇ ਅੰਡਰ ਕੰਮ ਕੀਤਾ, ਉਹਦਾ ਪੁੱਤਰ ਨਵਜੋਤ ਸਿੰਘ ਸਿੱਧੂ ਜਾਦਾ ਰਾਜਨੀਤੀ ਦੇ ਵਿੱਚ ਆਇਆ। ਟੰਕੇ ਦੀ ਚੋਟ ਦੇ ਉੱਤੇ ਕਹਿਣਾ, ਜਾਦਾ ਰਾਜਨੀਤੀ ਦੇ ਵਿੱਚ ਆਇਆ, ਔਰ ਜਦ ਤੱਕ ਰਾਜਨੀਤੀ ਦੇ ਵਿੱਚ ਰਹੂ, ਕਿਸੇ ਤੋਂ ਇੱਕ ਉਹਦਾ ਮੰਗਿਆ ਹੋਵੇ ਨੀਵੇਂ ਥਾਵੇਂ ਪਾਇਓ, ਉਸੇ ਦਿਨ ਰਾਜਨੀਤੀ ਛੱਡ। ਪੰਜਾਬ ਦੇ ਲੋਕ ਉਸੇ ਦਿਨ ਫਿਰ ਇਹ ਸ਼ੁਰਲੀਆਂ ਛੱਡਣੀਆਂ। ਸਿੱਧੂ ਨੈਗੋਸੀਏਸ਼ਨ ਕਰਾ, ਇੱਕ ਬੰਦਾ ਕਵੇ ਮਿਲਿਆ ਵੀ ਹੋਵੇ, ਨੈਗੋਸੀਏਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਬਦਨਾਮ ਕਰਨ ਦੀ, ਜਿਹਦੀ ਸਫਲਤਾ ਰੋਕੀ ਨਹੀਂ ਨਾ ਜਾ ਸਕਦੀ ਮਿੱਤਰਾ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਂ ਬਦਨਾਮ ਕਰ ਲਓਗੇ, ਐਂ ਲੋਕਾਂ ਦਾ ਵਿਸ਼ਵਾਸ ਖੋਲੋਗੇ, ਨਹੀਂ ਖੋਇਆ ਜਾਂਦਾ। 6 ਇਲੈਕਸ਼ਨ ਐਵੇਂ ਲੋਕਾਂ ਨੇ ਜਿਤਾਤੇ ਹੈ, ਇਹ ਪ੍ਰਮਾਣ ਨਹੀਂ? ਤੁੱਛ ਹੈ। that which needs to be proven is not worth a toss। ਮੈਂ ਕਹਿੰਦਾ ਪੰਜਾਬ ਦੇ ਲੋਕ ਇਸੇ ਕਰਕੇ ਕਹਿੰਦੇ ਨੇ ਵੀ ਸਰ ਹੁਣ ਪੰਜਾਬ ਦੇ ਲੋਕਾਂ ਨੇ ਕੀ ਫੈਸਲਾ ਸਿੱਧੂ ਸਾਹਿਬ ਮੈਦਾਨ ਚੋਂ ਗਿਆ ਕਦ ਸੀ, ਉਹਨਾਂ ਤੋਂ ਪੁੱਛ। ਆ ਜਾ ਹੁਣ ਤੁਸੀਂ ਕਹਿੰਦੇ ਹੋ ਸਿੱਕੇ ਮਾਰਨ ਵਾਲੇ ਮੈਦਾਨ 'ਚ ਆਏ ਨਹੀਂ ਨਾ। ਦੇਖੋ ਗੱਲ ਨੂੰ ਸੁਣੋ, ਗੱਲ ਨੂੰ ਸੁਣੋ। ਤੁਸੀਂ ਦੇਖੋ ਕਿਸਾਨ ਵੀਰਾਂ ਨੇ, ਮੈਂ ਸ਼ੁਰੂ ਤੋਂ ਕਿਸਾਨ ਮੋਰਚੇ ਨਾਲ ਜੁੜਿਆ ਹਾਂ। ਪਹਿਲੇ ਦਿਨ ਮੈਂ 15,000 ਦੀ ਰੈਲੀ ਕੀਤੀ, 10,000 ਦੀ ਰੈਲੀ ਕੀਤੀ। ਇੱਕ ਸਲੋਗਨ ਸੀ ਪਾਰਟੀ ਦਾ, ਕਿਸੇ ਦਾ ਉਹ ਸੀ, ਸਟਾਰਟ ਮੈਂ ਕੀਤਾ ਸੀ। ਕੋਈ ਇੱਕ ਦਿਖਾ ਦਿਓ ਪੋਸਟਰ ਲੱਗਿਆ ਹੁੰਦਾ ਕਿਤੇ, ਉੱਥੇ ਚੜੂਨੀ ਸਾਹਿਬ ਵੀ ਆਏ ਸੀ, ਮੈਨੂੰ ਬਾਅਦ ਚ ਪਤਾ ਲੱਗਿਆ। ਠੀਕ ਹੈ, ਕੀਤੀ। ਉਸ ਤੋਂ ਲੈ ਕੇ ਰੋਜ਼ ਮੈਂ ਕਿਸਾਨ ਮੋਰਚੇ ਲਈ ਲੜਦਾ, ਰੋਜ਼ ਰਾਹ ਦਿਨਾ, ਰੋਜ਼ ਕਹਿਣਾ ਕਿ ਸਾਨੂੰ ਇਕਨੋਮਿਕ ਮਾਡਲ ਬਣਾਉਣਾ ਚਾਹੀਦਾ, ਸਾਨੂੰ ਛੋਟੇ ਫਾਰਮਰ ਦਾ ਮਾਡਲ ਬਣਾਉਣਾ ਚਾਹੁੰਦਾ, ਰੋਜ਼ ਕਹਿਣਾ, ਹਰ ਰੋਜ਼। ਔਰ ਆਪਣੀ ਗੱਲ ਤੇ ਖੜਾ, ਜੇ ਮੇਰੇ ਤੋਂ ਵਧੀਆ ਕੋਈ ਦਊਗਾ ਮੈਂ ਉਹਦੀ ਰਾਹ ਤੇ ਤੁਰੂ। ਨਹੀਂ ਤਾਂ ਤੁਸੀਂ ਪੁੱਛੋ, ਨਵਜੋਤ ਸਿੰਘ ਸਿੱਧੂ ਨੇ ਮੈਦਾਨ ਨਹੀਂ ਛੱਡੇ ਕਦੇ। ਇਹ ਉਹ ਬੰਦਾ ਨਹੀਂ ਹੈ ਜਿਹੜਾ ਆਇਆ ਔਰ ਗਿਆ। 16 ਸਾਲ ਦੇ ਜਿਹਨੇ ਬੜੇ ਲੋਕ ਨੇ ਜਿਨ੍ਹਾਂ ਨੇ ਥੱਲੇ ਸਿੱਟਣ ਦੀ ਕੋਸ਼ਿਸ਼ ਕੀਤੀ, ਨਾ ਮੈਂ ਗਿਰਾ। ਲੈ ਫਿਰ ਸ਼ੇਰ ਵੀ ਸੁਣਾ ਦਿਓ, ਫਿਰ ਕਹੋਗੇ ਸ਼ੇਰ ਨਹੀਂ ਸੁਣਾਇਆ ਨਵਜੋਤ ਸਿੰਘ ਸਿੱਧੂ ਨੇ। ਨਾ ਮੈਂ गिरा, ना मेरी उम्मीदों का कोई मीनार गिरा, ना मैं गिरा,
ना मेरी उम्मीदों का कोई मीनार गिरा, लेकिन मुझे गिराने की कोशिश में हर बंदा कई बार गिरा। गिरा कि नहीं गिरा? ਲੱਭੇ ਕਿਤੇ ਉਹ ਮੈਨੂੰ ਲੱਭਦੇ ਫਿਰਦੀ। ਯੋਗਰਾਜ ਸਿੰਘ ਬਾਰੇ ਕੀ ਕਹੋਗੇ ਜੀ? ਸਿੱਧੂ ਸਾਹਿਬ ਸਰਕਾਰ 'ਚ ਵਾਪਸੀ। ਮਿੱਤਰ ਪਿਆਰੇ, that is the end.